ਕਾਮਯਾਬ ਭਗਤ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੇ ਸਵੀਕਾਰ ਕੀਤੇ, ਜਿਹੜੇ ਇੱਕ ਧਰਮ ਦੀ ਕਿਰਤ ਕਰਕੇ ਔਰ ਧਰਮ ਉਹਨਾਂ ਨੇ ਕਮਾਇਆ ਨੇ, ਸੰਸਾਰ ਨੂੰ ਧਰਮ ਦ੍ਰਿੜ ਕਰਨ ਦੀ ਪ੍ਰੇਰਨਾ ਕੀਤੀ ਹੈ। ਉਹਨਾਂ ਨੇ ਆਪਣੀ ਜਾਤ ਦੀ ਬਹੁਤ ਵਾਰੀ ਗੱਲ ਕਹੀ ਵੀ ਅਸੀਂ ਭਾਵੇਂ ਜਿਨ੍ਹਾਂ ਨੂੰ ਲੋਕ ਸਤਿਕਾਰ ਪਿਆਰ ਨਹੀਂ ਕਰਦੇ ਉਸ ਜਾਤੀ 'ਚ ਆਏ ਹੈ, ਪਰ ਅਸੀਂ ਰੱਬ ਨੂੰ ਪ੍ਰਾਪਤ ਹੋ ਸਕਦੇ ਹਾਂ। ਬਨਾਰਸ ਦੇ ਅੰਦਰ ਉਹਨਾਂ ਦਾ ਜਨਮ ਹੋਇਆ ਤੇ ਸਕੂਲ 'ਚ ਪੜ੍ਹਨ ਵਾਸਤੇ ਨਹੀਂ ਇਹਨਾਂ ਨੂੰ ਜਾਣ ਦਿੱਤਾ ਵੀ ਇਹ ਵਿਦਿਆ ਦੀ ਅਧਿਕਾਰੀ ਨਹੀਂ ਹੈ, ਪਰ ਉਹਨਾਂ ਨੇ ਕਾਮਯਾਬ ਹੋ ਕੇ ਰੱਬ ਰੂਪ ਹੋ ਨਿਕਲੇ, ਜਿਨ੍ਹਾਂ ਦੇ 16 ਰਾਗਾਂ ਦੇ ਅੰਦਰ 40 ਸ਼ਬਦ ਤੇ ਇੱਕ ਪਾਵਨ ਸ਼ਲੋਕ ਭਗਤ ਰਵਿਦਾਸ ਜੀ ਦਾ ਸਾਨੂੰ ਪ੍ਰਾਪਤ ਹੁੰਦਾ ਹੈ। ਤਕਰੀਬਨ 41 ਸ਼ਬਦ ਨੇ 16 ਰਾਗਾਂ ਦੇ ਅੰਦਰ। ਭਗਤ ਰਵਿਦਾਸ ਜੀ ਦੇ ਦਾਸ ਕੁਝ ਕੁ ਬੇਨਤੀਆਂ ਸਾਂਝੀਆਂ ਕਰੇਗਾ, ਉਸ ਤੋਂ ਪਹਿਲਾਂ ਸ਼ਬਦ ਦੀ ਵਿਚਾਰ ਨਾਲ ਜੁੜੀਏ ਜੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਹਾਜ਼ਰੀ ਲਵਾਈ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਪੰਥਾ ਪ੍ਰੇਮ ਨਾ ਜਾਣਾਏ, ਭੁਲੇ ਫਿਰੈ ਗਵਾਰ। ਮਹਾਰਾਜ ਕਹਿੰਦੇ ਹੈ ਇਹ ਜੀਵ ਰੂਪੀ ਇਸਤਰੀ ਪ੍ਰੇਮ ਦੇ ਮਾਰਗ ਨੂੰ ਸਮਝਦੀ ਨਹੀਂ ਹੈ ਤੇ ਗਵਾਰਾਂ ਦੀ ਤਰ੍ਹਾਂ ਭੁੱਲੀ ਫਿਰਦੀ ਹੈ। ਇਹ ਗਵਾਰ ਹੈ ਕਿਉਂਕਿ ਰੱਬੀ ਰਸਤੇ ਤੋਂ ਭਟਕ ਗਈ। ਮਹਾਰਾਜ ਨੇ ਕਿਹਾ ਸੀ ਨਾ, ਪਰਸੋਂ ਆਪਾਂ ਵਿਚਾਰ ਕੀਤੀ, ਦੂਜੀ ਛੋੜ ਕੋ ਵਾਟੜੀ ਏਕ ਸੌ ਚਿਤ ਲਾਏ। ਆਹੀ ਤੇ ਗੱਲ ਮਹਾਰਾਜ ਨੇ ਉਸ ਦਿਨ ਕਹੀ ਸੀ ਵੀ ਦੂਜਿਆਂ ਦੀ ਆਸ ਛੱਡ ਕੇ ਨਾ ਕਮਲੀਏ ਇੱਕ ਨਾਲ ਚਿੱਤ ਲਾ। ਇੱਥੇ ਅੱਜ ਫਿਰ ਮਹਾਰਾਜ ਨੇ ਕਿਹਾ ਵੀ ਪ੍ਰੇਮ ਦਾ ਰਸਤਾ, ਪੰਥ ਰਸਤੇ ਨੂੰ ਕਹਿੰਦੇ। ਪ੍ਰੇਮ 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 ਦਾ ਰਸਤਾ ਹੈ ਸਾਡਾ, ਤੇ ਮਾਰਗ ਹੀ ਬਹੁਤ ਸੌਖਾ ਹੈ। ਇਹ ਪ੍ਰੇਮ ਦਾ ਮਾਰਗ ਹੀ ਹੈ। ਰੋਜ਼ ਨਿਤਨੇਮ ਦੀ ਬਾਣੀ 'ਚ ਅਸੀਂ ਇਹ ਦ੍ਰਿੜ ਕਰਦੇ ਹਾਂ। ਮਹਾਰਾਜ ਨੇ ਬੜੇ ਪਿਆਰੇ ਬਚਨ ਕਹੇ, ਸਾਚ ਕਹੂੰ ਬੜੇ। ਇਹ ਗੁਰੂ ਸਾਹਿਬ ਨੂੰ ਪ੍ਰੂਫ ਕਰਨਾ ਪਿਆ, ਮੈਂ ਤੁਹਾਨੂੰ ਸੱਚ, ਸਿੱਖ ਨੂੰ ਵਿਸ਼ਵਾਸ ਹੈ ਗੁਰੂ ਜੋ ਬੋਲਦਾ ਸੱਚ ਬੋਲਦਾ, ਪਰ ਮਹਾਰਾਜ ਨੇ ਆਪਣੀ ਲਿਖਤ ਦੇ ਅੰਦਰ ਇਹ ਲਿਖਿਆ ਵੀ ਮੈਂ ਸੱਚ ਕਹਿੰਦਾ। ਸੁਣ ਲੇਹੋ ਸਭ ਹੈ, ਸਾਰਾ ਸੰਸਾਰ ਸੁਣੋ। ਇੱਕ ਹੀ ਤਰੀਕਾ ਰੱਬ ਨੂੰ ਪ੍ਰਾਪਤ ਕਰਨ ਦਾ। ਸਾਚ ਕਹੂੰ ਸੁਣ ਲੇਹੋ ਸਭ ਹੈ, ਜੇਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਪਰਮਾਤਮਾ ਉਹਨਾਂ ਨੂੰ ਮਿਲਣਾ ਹੈ ਜਿਨ੍ਹਾਂ ਨੇ ਪ੍ਰੇਮ ਕੀਤਾ। ਪ੍ਰੇਮ ਇਹ ਨਹੀਂ ਵੀ ਮੇਰਾ ਰੱਬ ਤੇ ਗੁਰੂ ਨਾਲ ਬੜਾ ਪ੍ਰੇਮ ਹੈ, ਦੂਸਰਿਆਂ ਨਾਲ ਮਨੁੱਖ ਵੈਰ ਕੱਢਦਾ ਫਿਰਦਾ, ਇੱਥੇ ਆਣ ਕੇ ਬੜੇ ਹੱਥ ਜੋੜਦਾ, ਰੱਬ ਨੂੰ ਜਪਣ ਲੱਗਾ, ਇਹਦੇ 'ਚ ਐ ਲੱਗਦਾ ਹੱਦੋਂ ਵੱਧ ਨਿਮਰਤਾ ਹੈ, ਤੇ ਵੈਸੇ ਲੋਕਾਂ ਦੇ ਗਲ ਪੈਂਦਾ ਫਿਰਦਾ, ਅੱਖਾਂ ਕੱਢਦਾ ਹਰੇਕ ਨੂੰ, ਕਿਸੇ ਨਾਲ ਸਿੱਧੇ ਮੂੰਹ ਬੋਲਦਾ ਨਹੀਂ, ਅੰਦਰ ਹੰਕਾਰ ਹੈ। ਇਹ ਪ੍ਰੇਮ ਨਹੀਂ ਹੈ। ਜਿਹਨੇ ਰੱਬ ਨਾਲ ਪ੍ਰੇਮ ਕਰ ਲਿਆ, ਮਨੁੱਖਤਾ ਨਾਲ ਨਫ਼ਰਤ ਕਰ ਹੀ ਨਹੀਂ ਸਕਦਾ। ਉਹ ਕਿਸੇ ਧਰਮ ਨਾਲ ਨਫ਼ਰਤ ਨਹੀਂ ਕਰ ਸਕਦਾ। ਸਾਡਾ ਤੇ ਮਾਰਗ ਹੀ ਪ੍ਰੇਮ ਦਾ। ਗੁਰੂ ਨਾਨਕ ਸਾਹਿਬ ਜੀ ਨੇ ਆਰੰਭਤਾ ਹੀ ਇਸ ਮਾਰਗ ਦੀ ਪ੍ਰੇਮ ਤੋਂ ਕੀਤੀ ਹੈ। ਆਪਾਂ ਨੇ ਬਹੁਤ ਵਾਰੀ ਇਤਿਹਾਸ ਵਾਚਿਆ, ਦਾਸ ਨੇ ਸੰਖੇਪ ਬੇਨਤੀ ਕਰਨੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੋਈ ਡੰਡਾ ਤੇ ਤਲਵਾਰ ਨੇ ਇਸ ਹੱਥ 'ਚ ਪਕੜਿਆ ਵੀ ਆਓ ਜੀ ਇੱਧਰ ਤੁਹਾਨੂੰ ਆਉਣਾ ਪੈਣਾ, ਨਹੀਂ ਤਾਂ ਤੁਹਾਨੂੰ ਖਤਮ ਕਰ ਦਿਆਂਗੇ। ਔਰੰਗਜ਼ੇਬ ਵਾਲੀ ਨੀਤੀ ਨਹੀਂ ਰਹੀ ਹੈ ਸਾਡੀ। ਉਹ ਲਾਲਚ ਦਿੰਦਾ ਸੀ, ਡਰਾਵੇ ਦਿੰਦਾ ਸੀ, ਕਤਲ ਤੱਕ ਕਰ ਦਿੰਦਾ ਸੀ ਵੀ ਧਰਮ ਤਬਦੀਲ ਕਰੋ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤੇ ਪ੍ਰੇਮ ਦੇ ਨਾਲ ਹੀ 39,000 ਕਿਲੋਮੀਟਰ ਸਫ਼ਰ ਪੈਦਲ ਤੈਅ ਕੀਤਾ ਹੈ। ਅੱਜ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਨਾ, ਮੈਂ ਪੜ੍ਹ ਰਿਹਾ ਸੀ 6 ਉਦਾਸੀਆਂ ਭਗਤ ਰਵਿਦਾਸ ਜੀ ਨੇ ਵੀ ਕੀਤੀ ਹੈ। ਉਹ ਅਖੀਰਲੀ ਉਦਾਸੀ ਉਹਨਾਂ ਦੀ, ਉਹ ਲੁਧਿਆਣੇ ਵੀ ਆਏ, ਲੁਧਿਆਣੇ ਤੋਂ ਜਲੰਧਰ ਗਏ, ਜਲੰਧਰ ਤੋਂ ਸੁਲਤਾਨਪੁਰ ਲੋਧੀ ਕਪੂਰਥਲਾ, ਫਿਰ ਜਾ ਕੇ ਉਹਨਾਂ ਬਨਾਰਸ ਸਰੀਰ ਤਿਆਗਿਆ ਸੀ। ਵੀ ਲੁਕਾਈ ਨੂੰ ਉਪਦੇਸ਼ ਦਿੱਤਾ, ਪ੍ਰੇਮ ਦਾ ਹੀ ਮਾਰਗ ਹੈ। ਗੁਰੂ ਨਾਨਕ ਸਾਹਿਬ ਜੀ ਨੇ 39,000 ਕਿਲੋਮੀਟਰ ਪੈਦਲ ਸਫ਼ਰ ਤੈਅ ਕੀਤਾ, 4 ਉਦਾਸੀਆਂ ਕੀਤੀਆਂ,
ਤੇ ਮਹਾਰਾਜ ਨੇ ਪ੍ਰੇਮ ਦੇ ਨਾਲ ਹੀ 3.5 ਕਰੋੜ ਬੰਦੇ ਨੂੰ ਪੂਰਨ ਤੌਰ ਤੇ ਆਪਣੀ ਵਿਚਾਰਧਾਰਾ ਨਾਲ ਜੋੜ ਦਿੱਤਾ ਸੀ, ਪ੍ਰੇਮ ਦੇ ਨਾਲ ਹੀ। ਤੇ ਮਹਾਰਾਜ ਦਾ ਪਹਿਲਾ ਜਿਹੜਾ ਪੜਾਅ ਹੈ ਨਾ, ਪਹਿਲਾ ਪੜਾਅ ਲੋਕਾਈ ਨੂੰ ਉਪਦੇਸ਼ ਦੇਣ ਵਾਸਤੇ ਉਦਾਸੀਆਂ ਦੇ ਰੂਪ ਚੋਂ ਭਾਈ ਲਾਲੂ ਦੇ ਘਰ ਹੈ। ਤੇ ਇਤਿਹਾਸ ਪੜ੍ਹਿਓ ਕਿੰਨੇ ਪ੍ਰੇਮ ਨਾਲ ਸਤਿਗੁਰੂ ਜੀ ਉੱਥੇ ਰਹਿੰਦੇ ਆ। ਭਾਈ ਲਾਲੂ ਜੀ ਕਿੱਲੇ ਘੱਟ ਰਿਹਾ ਸੀ, ਗੁਰੂ ਸਾਹਿਬ ਕੋਲ ਇੱਕ ਬੜਾ ਵੱਡਾ ਤਰੀਕਾ ਸੀ। ਤੇ ਜਦੋਂ ਮਹਾਰਾਜ ਨੇ ਦਰਵਾਜ਼ਾ ਖੜਕਾਇਆ, ਭਾਈ ਲਾਲੂ ਬੜਾ ਪ੍ਰਸੰਨ ਹੋਇਆ, ਗੁਰੂ ਸਾਹਿਬ ਜੀ ਆਏ। ਤੇ ਮਹਾਰਾਜ ਨੇ ਵੇਖ ਕੇ ਕੀ ਗੱਲ ਕੀ ਕਹਿੰਦੇ, ਕਿੱਲੇ ਹੀ ਘਟਦਾ ਰਹੇਗਾ ਸਾਰੀ ਜ਼ਿੰਦਗੀ ਕਿ ਆਪਣੇ ਆਪ ਨੂੰ ਵੀ ਸੁਧਾਰਨ ਦਾ ਯਤਨ ਕਰੇਗਾ। ਤੇ ਭਾਈ ਲਾਲੂ ਨੇ ਬੋਲ ਕਹੇ, ਸਰ ਜੀ ਕਿੱਲੇ ਘੜਨੇ ਮੈਨੂੰ ਆਉਂਦੇ ਐ, ਮਨੁੱਖਾਂ ਨੂੰ ਗੁਰੂ ਨਾਨਕ ਸਾਹਿਬ ਜੀ ਘੜਦੇ, ਅੱਜ ਮੈਨੂੰ ਘੜਨ ਵਾਲੇ ਮੇਰੇ ਘਰੇ ਆ ਗਏ ਨੇ, ਮੈਨੂੰ ਪਤਾ ਹੁਣ ਰੱਬ ਦੀ ਪ੍ਰਾਪਤੀ ਹੋਏਗੀ। ਤੇ ਜੇ ਮਲਕ ਭਾਗੋ ਸਿਣਿਆ ਭੇਜਦੇ, ਪਹਿਲਾ ਪੜਾਅ ਮਹਾਰਾਜ ਦਾ ਭਾਈ ਅਹਿਮਦਾਬਾਦ ਲਾਲੂ ਦੇ ਘਰੇ ਸੈਦਪੁਰ ਦੇ ਅੰਦਰ। ਤੇ ਜੇ ਮਲਕ ਭਾਗੋ, ਮਹਾਰਾਜ ਨੇ ਪਿਆਰ ਨਾਲ ਹੀ ਸਮਝਾਇਆ ਸੀ ਮਲਕ ਭਾਗੋ ਨੂੰ, ਕੋਈ ਥੋੜੀ ਜੇ ਉਹ 3 ਵਾਰੀ ਸਿਣਿਆ ਵੀ ਭੇਜਦਾ, ਮਹਾਰਾਜ ਮੇਰੇ ਘਰੇ ਆਓ, ਮਹਾਰਾਜ ਕਹਿੰਦੇ ਨਹੀਂ ਵੀ ਉਹ ਤੇਰੇ ਮਾਲ ਪੂੜੇ ਸਾਡੇ ਛਕਣ ਵਾਸਤੇ ਨਹੀਂ ਹੈ, ਅਸੀਂ ਕਿਰਤੀ ਦੇ ਘਰੋਂ ਛਕਦੇ ਹਾਂ, ਜਿਹੜਾ ਕਿਰਤ ਕਰਕੇ ਆਪਣੇ ਸੰਭਾਲ। ਹੁਣ ਬਹੁਤੀ ਸੁਚਮਤਾ ਦੀ ਵੀ ਕਈ ਵਾਰੀ ਅਸੀਂ ਗੱਲ ਕਰਦੇ ਹਾਂ। ਉਹ ਭਾਈ ਮਰਦਾਨੇ ਜੀ ਨੂੰ ਗੁਰੂ ਸਾਹਿਬ ਨੇ ਕਿਹਾ ਭੁੱਖ ਲੱਗੀ ਹੈ, ਤੇ ਕਹਿੰਦੇ ਲਿਆਓ ਵੀ। ਤੇ ਭਾਈ ਮਰਦਾਨਾ ਜੀ ਕਿਸੇ ਦੇ ਘਰੇ ਗਏ, ਤੇ ਉਹ ਬੱਚੇ ਨਾ ਚੰਗੇਰ ਚੋਂ ਪ੍ਰਸ਼ਾਦੇ ਚੁੱਕ ਰਹੇ ਸਨ, ਤੇ ਉਹ ਵਿੱਚੋਂ ਘੜਾ ਸੀ, ਇੱਕ ਪਾਣੀ ਭਰ ਕੇ ਪੀ ਰਹੇ ਸਨ। ਤੇ ਭਾਈ ਪ੍ਰਧਾਨਾ ਜੀ ਕਹਿੰਦੇ ਵੀ ਹੁਣ ਇਹ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਛਕਣ ਵਾਸਤੇ ਨਹੀਂ ਉਹ। ਤੇ ਮਹਾਰਾਜ ਵੇਖਦੇ ਨੇ, ਲਿਆਇਆ ਨਹੀਂ। ਮਹਾਰਾਜ ਕਹਿੰਦੇ ਲੈ ਨਹੀਂ, ਕਹਿੰਦੇ ਜੀ ਇੱਥੇ ਸੁਚਮਤਾ ਕੋਈ ਨਹੀਂ ਹੈ। ਮਹਾਰਾਜ ਨੇ ਉਦੋਂ ਬਚਨ ਕਹੇ ਸਨ, ਜਿੱਥੇ ਕਿਰਤ ਕਰਕੇ ਕੋਈ ਛਕਦਾ ਨਾ ਆਪਣੀ ਮਿਹਨਤ ਕਰਕੇ, ਮਹਾਰਾਜ ਨੂੰ ਉੱਥੇ ਬਚਨ ਕਹਿਣ ਲੱਗੇ ਇਹੀ ਤੇ ਪ੍ਰਸ਼ਾਦਾ ਸਾਡੇ ਖਾਣ ਯੋਗ ਹੈ। ਹਾਂ, ਸੁਚਮ ਹੱਥ ਸਾਫ਼ ਕਰਨੇ, ਜੋ ਕੁਝ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਤੇ ਅਸੀਂ ਸਾਰੇ ਹੀ ਕਰਦੇ ਹਾਂ। ਮਹਾਰਾਜ ਨੇ ਕਿਹਾ ਇੱਥੇ ਝੂਠ ਨਹੀਂ ਹੈ, ਬੱਚੇ ਹੀ ਛਕ ਰਹੇ ਹੈ, ਇੱਥੇ ਚੰਗੇਰ ਚੋਂ ਪ੍ਰਸ਼ਾਦੇ ਸਾਰਾ ਪਰਿਵਾਰ ਹੀ ਛਕ ਰਹੇ। ਕਿਰਤ ਇਹਨਾਂ ਦੀ ਬਹੁਤ ਵਧੀਆ, ਲਿਆ ਪ੍ਰਸ਼ਾਦੇ ਛਕੀਏ। ਜਦ 7ਵੇਂ ਪਾਤਸ਼ਾਹ ਜੀ ਦਾ ਆਪਾਂ ਨੇ ਉਹ ਇਤਿਹਾਸ ਕੱਲ੍ਹ ਪਰਸੋਂ ਪ੍ਰਕਾਸ਼ ਦਿਹਾੜਾ ਸੀ ਮਹਾਰਾਜ ਦਾ, ਉਹ ਸਤਿਗੁਰੂ ਨਾਲ ਕੀਰਤਪੁਰ ਸਾਹਿਬ ਤੋਂ ਨਿਕਲੇ ਇੱਕ ਬਜ਼ੁਰਗ ਮਾਈ ਸੀ। ਉਹ ਕਿਸੇ ਸਮੇਂ ਗਈ ਗੁਰੂ ਸਾਹਿਬ ਦੇ ਚਰਨਾਂ ਦੇ ਅੰਦਰ, ਤੇ ਉਹਦੇ ਮਨ ਦੀ ਭਾਵਨਾ ਬਣੀ ਵੀ ਮੈਂ ਪ੍ਰਸ਼ਾਦੇ ਪਕਾਵਾਂ। ਤੇ ਗੁਰੂ ਸਾਹਿਬ ਜੀ, ਉਹਦਾ ਬੇਟਾ ਬੱਚਾ ਕੋਈ ਨਹੀਂ ਸੀ, ਮਹਾਰਾਜ ਦੀ ਉਮਰ ਅਜੇ ਹੈਗੀ ਸੀ ਛੋਟੀ। ਤੇ ਮਹਾਰਾਜ ਨੂੰ ਜਦੋਂ ਵੀ ਕਿਤੇ ਮਿਲਣ ਆਉਂਦੀ ਸੀ, ਦਰਸ਼ਨ ਕਰਨ ਆਉਂਦੀ ਸੀ, ਉਹਨੂੰ ਐਂ ਲੱਗਦਾ ਸੀ ਮੇਰੇ ਬੱਚਿਆਂ ਵਰਗੇ ਹੈ, ਤੇ ਗੁਰੂ ਹੈ ਉਹ। ਔਰ ਇੱਕ ਕਿਸੇ ਦੀ ਭਾਵਨਾ ਹੋ ਸਕਦੀ ਹੈ, ਜਿਵੇਂ ਰਾਣੀ ਮਹਿਣੇ ਦੀ ਭਾਵਨਾ, ਗੋਬਿੰਦ ਰਾਏ ਤੇਰੇ ਵਰਗਾ ਪੁੱਤ ਮੈਨੂੰ ਵੀ ਮਿਲ ਜਾਏ। ਤੇ ਮਹਾਰਾਜ ਬੁੱਕਲ 'ਚ ਬੈਠ ਕੇ ਕਹਿੰਦੇ ਮੇਰੇ ਵਰਗਾ ਤੇ ਫਿਰ ਮੈਂ ਹੀ ਹਾਂ, ਮੈਨੂੰ ਹੀ ਬਣਾ ਲਾ। ਮਹਾਰਾਜ ਬੈਠ ਗਏ ਨਾ, ਉਹ ਮਾਈ ਨੂੰ ਪੁੱਤ ਚਾਹੀਦਾ ਸੀ, ਮਹਾਰਾਜ ਉਹਦੇ ਪੁੱਤ ਵੀ ਬਣੇ। ਉਹ ਕਿਸੇ ਸਮੇਂ ਮੇਰੇ ਹੱਥੋਂ ਪ੍ਰਸ਼ਾਦਾ, ਮੇਰੇ ਔਲਾਦ ਤੇ ਕੋਈ ਨਹੀਂ ਹੈ, ਮੇਰਾ ਪਰਿਵਾਰ ਦਾ ਜੀ ਕੋਈ ਨਹੀਂ ਹੈ, ਪਰ ਗੁਰੂ ਸਾਹਿਬ ਜੀ ਪ੍ਰਸ਼ਾਦਾ ਛਕਣਾ। ਇੱਕ ਦਿਨ ਉਹਨੇ ਵੈਸੇ ਹੀ ਤਿਆਰ ਕੀਤਾ ਪ੍ਰਸ਼ਾਦਾ, ਮਹਾਰਾਜ ਦੇ ਦਰਸ਼ਨ ਕਰਨ ਚੱਲੀ, ਪਿੰਡ ਨਾਲ ਹੀ ਸੀ, ਦਰਸ਼ਨ ਕਰਨ ਚੱਲੀ ਨਾ, ਅੱਜ ਪ੍ਰਸ਼ਾਦੇ ਲਈ ਬੇਨਤੀ ਕਰਾਂਗੇ ਜੇ ਗੁਰੂ ਸਾਹਿਬ ਜੀ ਪ੍ਰਸ਼ਾਦਾ ਛਕ ਲੈਣ। ਪਰ ਹੋਇਆ ਕੀ ਵੀ ਜਦੋਂ ਉਹ ਕੀਰਤਪੁਰ ਸਾਹਿਬ ਦੇ ਨੇੜੇ ਗਏ, ਤਾਂ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸਨ। 2200 ਘੋੜ ਸਵਾਰ ਮਹਾਰਾਜ ਦੇ ਨਾਲ ਹੁੰਦਾ ਸੀ। ਦਾਸ ਨੇ ਉਸ ਦਿਨ ਵੀ ਬੇਨਤੀ ਕੀਤੀ। ਮਹਾਰਾਜ ਹੁਣ ਦੂਸਰੇ ਪਾਸੇ ਨੂੰ ਚੱਲੇ, ਘੋੜਾ ਮੋੜ ਕੇ ਸਾਰੇ ਹੁਣ ਸਿੰਘ ਵੀ ਇਸ ਪਾਸੇ ਨੂੰ ਮੁੜ ਗਏ। ਉਹ ਮਾਈ ਜਦੋਂ ਘੋੜਿਆਂ ਨੂੰ ਧੂੜ ਉੱਡਦੀ ਸੀ ਵੇਖ ਕੇ ਪਾਸੇ ਸਾਈਡ ਤੇ ਹੋ ਗਈ ਰਸਤੇ ਤੇ, ਵੀ ਮਹਾਰਾਜ ਤੇ ਮਨ 'ਚ ਇਹ ਵੀ ਵਿਚਾਰ ਆਏ ਵੀ ਮੈਂ ਤੇ ਮਹਾਰਾਜ ਨੂੰ ਮਿਲਣ ਚੱਲੀ ਸੈਂ। ਮੈਂ ਕਿਹਾ ਬੈਠੇ ਹੋਣਗੇ ਦੀਵਾਨ ਸਜਾ ਕੇ, ਕਹਾਂਗੀ ਮਹਾਰਾਜ ਪ੍ਰਸ਼ਾਦਾ ਛਕੋ। ਤੇ ਮਹਾਰਾਜ ਤੇ ਕਿਤੇ ਚੱਲੇ, ਮਹਾਰਾਜ ਘੋੜਾ ਲਿਆ ਕੇ ਨਾ ਮਾਈ ਦੇ ਕੋਲ ਖੜ ਜਾਂਦੇ। ਕਹਿੰਦੇ ਮਾਈ ਕੀ ਹੱਥ 'ਚ ਪਕੜਿਆ? ਕਹਿੰਦੀ ਗੁਰੂ ਸਾਹਿਬ ਜੀ ਪ੍ਰਸ਼ਾਦੇ। ਮਹਾਰਾਜ ਕਹਿੰਦੇ ਜਲਦੀ ਨਿਕਲੇ ਆ, ਭੁੱਖ ਬਹੁਤ ਲੱਗੀ, ਲਿਆ ਮਾਈ ਪ੍ਰਸ਼ਾਦੇ ਛਕਣੇ ਆ। ਉਹ ਮਹਾਰਾਜ ਨੇ ਇੱਕ ਭਾਵਨਾ, ਕਹਿੰਦੀ ਮਾਂ ਨੂੰ, ਮਹਾਰਾਜ ਕਹਿੰਦੇ ਮਾਂ ਨੂੰ ਪਤਾ ਲੱਗ ਜਾਂਦਾ ਬੇਟੇ ਨੂੰ ਭੁੱਖ ਲੱਗੀ, ਕਿਉਂਕਿ ਮਾਂ ਆਪਣੀ ਸੁਰਤ 'ਚ ਪੁੱਤਰ ਦੀ ਤਰ੍ਹਾਂ ਗੁਰੂ ਹਰਿ ਮਹਾਰਾਜ ਨੂੰ ਪਿਆਰ। ਅੱਜ ਮਹਾਰਾਜ ਨੇ ਉਹਨੂੰ ਤ੍ਰਿਪਤ ਕਰ ਦਿੱਤਾ, ਉਹਨੂੰ ਮਾਂ ਕਹਿ ਕੇ। ਕਹਿੰਦੇ ਮਾਂ ਨੂੰ ਪਤਾ ਲੱਗ ਜਾਂਦਾ ਵੀ ਬੇਟੇ ਨੂੰ ਭੁੱਖ ਲੱਗੀ ਹੈ। ਮਹਾਰਾਜ ਨੇ ਘੋੜੇ ਤੇ ਬੈਠੇ 2 ਪ੍ਰਸ਼ਾਦੇ ਵਲੇਟ ਕੇ ਨਾ, ਜਿਵੇਂ ਆਪਾਂ ਕਈ ਵਾਰੀ ਛਕ ਲੈਂਦੇ ਆ, ਉਹ ਮਹਾਰਾਜ ਨੇ ਵਲੇਟ ਕੇ ਛਕ। ਸਿੱਖਾਂ ਨੇ ਇਸ ਗੱਲ ਤੇ ਤਰਕ, ਮਹਾਰਾਜ ਸਾਨੂੰ ਤੇ ਕਹਿੰਦੇ ਬੜੀ ਸੁਚਮਤਾ ਰੱਖਣੀ ਚਾਹੀਦੀ ਹੈ, ਸਾਨੂੰ ਕਹਿੰਦੇ ਇਸ ਤਰ੍ਹਾਂ ਘੋੜੇ ਤੇ ਬੈਠ ਕੇ ਛਕ ਗਏ। ਉਹ ਸਿੱਖਾਂ 'ਚ ਚਰਚਾ ਚੱਲੀ ਜਦੋਂ ਜਿੱਥੇ ਪੜਾਅ ਕਰਨਾ ਸੀ, ਕਹਿੰਦੇ ਜੀ ਅੱਜ ਮਹਾਰਾਜ ਨੇ ਕੀ ਕੀਤਾ ਹੈ? ਕਹਿੰਦੇ ਵੀ ਸਾਨੂੰ ਤੇ ਕਹਿੰਦੇ ਇਸ ਤਰ੍ਹਾਂ ਨੇ। ਉਹ ਕਹਿੰਦੇ ਆਪਾਂ ਕੱਲ੍ਹ ਨੂੰ ਆਪਾਂ ਨੂੰ ਪ੍ਰਸ਼ਾਦਾ ਇਸ ਤਰ੍ਹਾਂ ਹੀ ਛਕਾਈਏ ਮਹਾਰਾਜ ਨੂੰ, ਭਲਾ ਛਕਦੇ। ਉਹ ਅਗਲੇ ਦਿਨ ਉਹਨਾਂ ਨੇ ਵੈਸੇ ਹੀ ਕਿਸੇ ਨੂੰ ਖਿਲਾਰ ਦਿੱਤਾ ਵੀ ਮਹਾਰਾਜ ਐਂ ਦੀ ਲੰਘਣਗੇ, ਤੂੰ ਪ੍ਰਸ਼ਾਦਾ ਛਕਾਈ। ਉਹ ਲੰਘੇ, ਉਹ ਕਹਿੰਦਾ ਜੀ ਪ੍ਰਸ਼ਾਦਾ। ਮਹਾਰਾਜ ਕਹਿੰਦੇ ਭੁੱਖ ਨਹੀਂ। ਮਹਾਰਾਜ ਕਹਿੰਦੇ ਕੋਈ ਘੋੜੇ ਤੇ ਬੈਠ ਕੇ ਥੋੜ੍ਹੀ ਪ੍ਰਸ਼ਾਦਾ ਛਕੀਦਾ, ਉਹ ਪ੍ਰਸ਼ਾਦਾ ਕਿਤੇ ਪਿਆਰ ਨਾਲ ਬੈਠ ਕੇ ਛਕੋ। ਤੇ ਉਹ ਕਹਿਣ ਲੱਗੇ ਮਹਾਰਾਜ ਕੱਲ੍ਹ ਵੀ ਇਸੇ ਤਰ੍ਹਾਂ ਹੀ ਛਕਿਆ ਸੀ,
ਮਹਾਰਾਜ ਕਹਿੰਦੇ ਕੱਲ ਜਿੰਨੇ ਛਕਾਇਆ ਸੀ ਉਹਦੇ ਵਰਗੀ ਪਹਿਲਾਂ ਭਾਵਨਾ ਆਪਣੇ ਅੰਦਰ ਲੈ ਕੇ ਆਓ। ਜਿੰਨੇ ਕੱਲ ਛਕਾਇਆ ਨਾ ਉਹਦੇ ਵਰਗੀ ਭਾਵਨਾ, ਤੁਸੀਂ ਤੇ ਸਾਨੂੰ ਪਰਖਣ ਵਾਸਤੇ ਛਕਾ ਰਹੇ ਹੋ। ਮਹਾਰਾਜ ਕਹਿੰਦੇ ਪ੍ਰਸ਼ਾਦਾ ਕਿਤੇ ਬੈਠ ਕੇ ਪੜਾ ਤੇ ਕਿਸੇ ਤੇ ਛਕਾਂਗੇ, ਇਸ ਤਰ੍ਹਾਂ ਥੋੜੀ ਘੋੜੇ ਤੇ ਬੈਠ ਕੇ ਪ੍ਰਸ਼ਾਦਾ ਛਕਿਆ। ਮਹਾਰਾਜ ਕੱਲ ਤੁਸੀਂ ਨਾ ਛਕਣ ਲੱਗੇ ਹੱਥ ਸੁੱਚੇ ਕੀਤੇ, ਨਾ ਛਕ ਕੇ ਹੱਥ ਸੁੱਚੇ ਕੀਤੇ, ਤੇ ਮਹਾਰਾਜ ਅੱਜ ਸਾਡੇ ਮਹਾਰਾਜ ਕਹਿੰਦੇ ਨਾ ਭਾਈ, ਇਹ ਪ੍ਰੇਮ ਦਾ ਸੰਬੰਧ ਹੈ। ਜਿੰਨਾ ਪ੍ਰੇਮ ਉਸ ਮਾਈ ਦੇ ਅੰਦਰ ਸੀ ਸਾਡੇ ਪ੍ਰਤੀ, ਨਾ ਪ੍ਰਸ਼ਾਦਾ ਛਕਦੇ ਉਹਦੀ ਆਤਮਾ ਦੁਖੀ ਹੋ ਜਾਣੀ। ਅਸੀਂ ਉਹਦੀ ਆਤਮਾ ਨੂੰ ਪ੍ਰਸੰਨ ਕਰਨ, ਆਹੀ ਤੇ ਰੱਬ ਹੈ। ਤੁਸੀਂ ਕਿਸੇ ਦੀ ਆਤਮਾ ਦਿਖਾ ਦਿੰਦੇ ਹੋ, ਰੱਬ ਰੁੱਸਦਾ ਤੁਹਾਡੇ ਨਾਲ। ਸਭਨਾ ਮਨ ਮਾਨਕ ਠਾਹੜ ਮੂਲ ਮਚੰਗਵਾ, ਜੇ ਤੋਂ ਪਿਰੀਆਂ ਦੀ ਸਿੱਖ ਹਿਆਓ ਨਾ ਠਾਹੇ। ਮਹਾਰਾਜ ਕਹਿੰਦੇ ਬੰਦਿਆ ਕਿਸੇ ਦਾ ਹਿਰਦਾ ਨਾ ਦਿਖਾਈ, ਹਿਰਦੇ 'ਚ ਰੱਬ ਬੈਠਾ ਹੀ। ਮੈਂ ਬੋਲਾਂ, ਮੇਰੇ ਬੋਲਣ ਕਰਕੇ ਕਿਸੇ ਦੀਆਂ ਅੱਖਾਂ ਝੱਜੂ ਆ ਦੇਣ, ਉਹ ਰੱਬ ਰੁੱਸਦਾ ਗੁਰਮੁਖੋ ਇਸ ਗੱਲ ਦੇ ਨਾਲ। ਤੇ ਕਿਸੇ ਨੂੰ ਪ੍ਰਸੰਨ ਕਰਦੇ ਹੋ, ਤੁਸੀਂ ਖੁਸ਼ ਹੋ, ਕਿਸੇ ਨੂੰ ਖੁਸ਼ ਕਰ ਦਿਓ, ਤੁਹਾਡੇ ਵੇਖ ਕੇ ਕੋਈ ਖੁਸ਼ ਹੋ ਜਾਏ, ਤੁਹਾਡੇ ਤੇ ਰੱਬ ਪ੍ਰਸੰਨ ਹੁੰਦਾ ਹੈ। ਕਹਿੰਦੇ ਰੋਂਦਿਆਂ ਨੂੰ ਹਸਾਉਣ ਵਾਲਾ ਹੈ। ਮਹਾਰਾਜ ਨੇ ਇਹੀ ਕੁਝ ਤੇ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਮਲਕ ਭਾਗੋ ਨੂੰ ਕੋਈ ਡਾਂਗ ਫੜ ਕੇ ਥੋੜੀ ਕਹਿੰਦੇ ਵੀ ਤੇਰੀ ਆ ਕਿਰਤ ਹੈ। ਮਹਾਰਾਜ ਨੇ ਉਹ ਵਿਖਾਇਆ, ਕਹਿੰਦੇ ਜੀ ਆਹ ਵੇਖ ਗਰੀਬਾਂ ਦਾ ਖੂਨ ਆ। ਉਹ ਫਿਰ ਮਹਾਰਾਜ ਉਹ ਬਦਲ ਗਿਆ ਜੀ, ਫਿਰ ਉਹਨੇ ਸਾਰਾ ਕੁਝ ਗਰੀਬਾਂ ਨੂੰ ਵੰਡਿਆ। ਫਿਰ ਉਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਾਲ ਜੁੜਿਆ ਜੀ। ਗਿਆਨ ਦੀ ਖੜਗ ਸੀ ਗੁਰੂ ਸਾਹਿਬ ਦੇ ਕੋਲ, ਖੜਗ ਤਲਵਾਰ ਨੂੰ ਹੀ ਕਹਿੰਦੇ ਆ। ਮਹਾਰਾਜ ਦੇ ਪ੍ਰੇਮ ਦਾ ਵਿਸ਼ਾ 12.5 ਕਰੋੜ ਬੰਦਾ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਫੋਲੋ ਕਰਨ ਲੱਗ ਪਿਆ, ਭਾਵ ਕਿ ਗੁਰੂ ਸਾਹਿਬ ਜੋ ਕਹਿੰਦੇ ਸੱਚ ਕਹਿੰਦੇ ਆ। ਗੁਰੂ ਅੰਗਦ ਸਾਹਿਬ ਦਾ ਜੀਵਨ ਪੜ੍ਹਿਓ, ਕਿੰਨਿਆਂ ਨੂੰ ਜੋੜਿਆ, ਕਦੇ ਕੋਈ ਹੱਥ 'ਚ ਤਲਵਾਰ ਪਕੜੀ ਮਹਾਰਾਜ ਨੇ। ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਜੀ ਮਹਾਰਾਜ, ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਕਿੰਨਾ ਆਨੰਦ, ਕਿੰਨਾ ਸਹਿਜ, ਕਿੰਨਾ ਰੱਬ ਪ੍ਰਤੀ, ਮਨੁੱਖਤਾ ਪ੍ਰਤੀ ਪਿਆਰ, ਲੋਕਾਂ ਦਾ ਭਲਾ ਕਰਦੇ ਤਵੀ ਤੇ ਚੌਂਕੜਾ ਮਾਰ ਕੇ ਛੱਤ ਦੇ ਦਿੰਦੇ ਆ। ਹਾਂ, ਛੇਵੇਂ ਪਾਤਸ਼ਾਹ ਨੇ ਫਿਰ ਕਈ ਵਾਰੀ ਐਸਾ ਹੁੰਦਾ ਹੈ ਨਾ, ਆਪਾਂ ਤੇ ਹੁਣ ਦਾਲ ਚੋਂ ਵੀ ਕੋੜਕੂ ਕੱਢ ਕੇ ਬਾਹਰ ਸੁੱਟਦੇ ਆ। ਆਟਾ ਗੁੰਨਦਿਆਂ ਕੋਈ ਵਿੱਚ ਚੀਜ਼ ਆ ਜੇ, ਦਾਲ ਨੂੰ ਚਿਣਿਆ ਜਾਂਦਾ ਹੈ। ਮਹਾਰਾਜ ਨੇ ਨਾ ਮਨੁੱਖਤਾ ਦਾ ਬੁਰਾ ਕਰਨ ਵਾਲਿਆਂ ਨੂੰ ਫਿਰ ਚੁਣ ਕੇ ਵਿੱਚੋਂ ਬਾਹਰ ਕੱਢਿਆ ਛੇਵੇਂ ਪਾਤਸ਼ਾਹ ਨੇ। ਮਹਾਰਾਜ ਨੇ ਕਿਹਾ ਲਾਤੋਂ ਕੇ ਭੂਤ ਬਾਤੋਂ ਸੇ ਮਾਰਨ ਵਾਲੇ ਨੇ। ਉਹ ਹਲਕੇ ਕੁੱਤੇ ਨੂੰ ਮਾਰਨਾ ਕੋਈ ਪਾਪ ਨਹੀਂ ਹੈ। ਜਿਹੜੇ ਮਨੁੱਖਤਾ ਦਾ ਘਾਣ ਕਰਦੇ, ਰੱਬ ਦੇ ਜੀਆਂ ਨੂੰ ਤੰਗ ਕਰਦੇ, ਫਿਰ ਮਹਾਰਾਜ ਨੇ ਚੁਣ ਕੇ ਉਹਨਾਂ ਨੂੰ ਖਤਮ ਕਰਨ ਦਾ ਯਤਨ ਕੀਤਾ। ਮਹਾਰਾਜ ਦੀ ਤਲਵਾਰ ਵੇਖੋ, ਇੱਕ ਚਾਕੂ ਹੈ ਚੋਰ ਦੇ ਹੱਥ 'ਚ ਹੈ, ਉਹ 100 ਰੁਪਏ ਵਾਸਤੇ ਕਿਸੇ ਦਾ ਪੇਟ ਚੀਰ ਕੇ ਉਹਨੂੰ ਖਤਮ ਕਰ ਸਕਦਾ ਹੈ। ਇੱਕ ਚਾਕੂ ਡਾਕਟਰ ਦੇ ਹੱਥ 'ਚ ਹੁੰਦਾ ਹੈ, ਉਹ ਚੋਰ ਜੀਵਨ ਖਤਮ ਕਰਦਾ ਹੈ, ਡਾਕਟਰ ਉਸੇ ਚਾਕੂ ਨਾਲ ਚੀਰਾ ਪਾ ਕੇ ਪ੍ਰਸ਼ਨ ਕਰਕੇ ਕਿਸੇ ਨੂੰ ਜ਼ਿੰਦਗੀ ਦਿੰਦਾ ਹੈ ਸੋਚ 'ਚ। ਤੇ ਮਹਾਰਾਜ ਦੇ ਸਾਡੇ 10ਵੇਂ ਪਾਤਸ਼ਾਹ ਦਾ ਜੀਵਨ ਪੜ੍ਹਿਓ, ਮਹਾਰਾਜ ਤੀਰ ਚਲਾਉਂਦੇ ਸਨ ਦੁਸ਼ਮਣ ਤੇ, ਉਹਦੇ ਨਾਲ ਵੀ 1.5 ਤੋਲਾ ਸੋਨਾ ਲਾਉਂਦੇ ਸਨ ਤੀਰ ਦੀ ਨੋਕ ਤੇ। ਦਇਆ ਕਿੰਨੀ ਅੰਦਰ ਹੈ। ਮਹਾਰਾਜ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਮਹਾਰਾਜ ਦੇ ਕੋਲ ਪ੍ਰੇਮ ਦਾ ਵਿਸ਼ਾ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੋਲ ਨੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਈਆਂ ਦੀ ਸੂਰਤ 'ਚ ਹੈ ਵੀ ਗੁਰੂ ਨਾਨਕ ਸਾਹਿਬ ਜੀ ਤੇ ਬੜੇ ਪਿਆਰੇ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਰੀ ਜ਼ਿੰਦਗੀ ਲੜਾਈ ਕਰਦੇ ਰਹੇ। ਲੜਾਈ ਵੀ ਉਹ ਪਿਆਰ ਦਾ ਵਿਸ਼ਾ ਕਰਕੇ ਹੀ, ਪਿਆਰ ਸਮਝਣ ਲੋਕ, ਇਸ ਕਰਕੇ ਗੁਰੂ ਸਾਹਿਬ ਨੂੰ ਲੜਨਾ ਪਿਆ। ਉਹਨਾਂ ਨੇ ਚਾਕੂ ਚੁੱਕਿਆ, ਡਾਕਟਰ ਬਣ ਕੇ ਚੁੱਕਿਆ। ਕਈ ਸੰਸਾਰ 'ਚ ਆਉਂਦੇ ਆ, ਵੇਖੋ ਇੱਕ ਹੁੰਦੇ ਕੈਦੀ, ਉਹ ਜੇਲ੍ਹ 'ਚ ਪਏ ਹੁੰਦੇ ਆ। ਇੱਕ ਡਾਕਟਰ ਵੀ ਜੇਲ੍ਹ 'ਚ ਜਾਂਦਾ ਹੈ, ਉਹ ਉਹਨਾਂ ਦਾ ਇਲਾਜ ਕਰਨ ਵਾਸਤੇ ਜਾਂਦਾ ਹੈ। ਬਸ ਗੁਰੂ ਸਾਹਿਬ ਜੀ ਡਾਕਟਰ ਨੇ, ਉਹਨਾਂ ਦੇ ਹੱਥ 'ਚ ਛੁਰਾ, ਉਹ ਸਾਡਾ ਪ੍ਰਸ਼ਨ ਕਰਕੇ ਇਲਾਜ ਕਰਦੇ। ਉਹ ਸਾਨੂੰ ਪ੍ਰੇਮ ਦੀ ਭਾਸ਼ਾ ਸਮਝਾਉਣ ਵਾਸਤੇ ਕਈ ਵਾਰੀ ਵੀ ਤਲਵਾਰ ਚੁੱਕਣੀ ਪਈ। ਤੇ ਮਹਾਰਾਜ ਦੇ ਬਚਨ ਨੇ, ਪੰਥਾ ਪ੍ਰੇਮ ਨਾ ਜਾਣਈ, ਜੀਵ ਰੂਪੀ ਇਸਤਰੀ ਪ੍ਰੇਮ ਦੇ ਮਾਰਗ ਨੂੰ ਨਹੀਂ ਸਮਝਦੀ ਹੈ। ਭੁੱਲੀ ਫਿਰੈ ਗਵਾਰ, ਉਹ ਤੇ ਹੋਰ ਕੰਮਾਂ 'ਚ ਦੇ ਅਰਥੇ ਵੀ ਹੁਣ ਕਰ ਸਕਦੇ ਆ ਵੀ ਜਿਹੜੀ ਗੁਰੂ ਸਾਹਿਬ ਦੀ ਗੁਰਮਤ ਤੇ ਅਸੀਂ ਧਾਰਨ ਕਰਦੇ ਨਹੀਂ ਹੈ। ਇਹ ਪ੍ਰੇਮ ਦਾ ਵਿਸ਼ਾ। ਮਹਾਰਾਜ ਨੇ ਕਦੇ ਵੀ ਡੰਡਾ ਲੈ ਕੇ ਸਾਨੂੰ ਕਿਹਾ ਵੀ ਆਹ ਮੈਂ ਤੁਹਾਡੇ ਤੋਂ ਦ੍ਰਿੜ ਕਰਾਉਣਾ ਹੈ। ਕਦੇ ਮਹਾਰਾਜ ਨੇ ਸਾਨੂੰ ਆਉਣ ਤੇ ਕਿਹਾ ਵੀ ਆਹ ਨਹੀਂ ਮੰਨੋਗੇ ਤੁਹਾਨੂੰ ਮਾਹ ਕਰ ਦਿਆਂਗਾ, ਅੱਜ ਨਹੀਂ ਮੰਨੋਗੇ ਸਵੇਰੇ ਨਾ ਆਇਓ, ਜਾਂ ਨਹੀਂ ਮੰਨੋਗੇ ਤੁਹਾਨੂੰ ਫਿਰ ਮੈਂ ਦੂਜੀ ਤਰ੍ਹਾਂ। ਮਹਾਰਾਜ ਦੇ ਰੋਜ਼ ਪ੍ਰੇਮ ਨਾਲ ਸਾਨੂੰ ਇੱਕ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਕਥਾ ਸੁਣ ਲੈਣ ਲੱਗੇ ਹਾਂ। ਕਦੇ ਮਹਾਰਾਜ ਨੇ ਕਿੰਨੇ ਪ੍ਰੇਮ ਨਾਲ ਹੀ ਸਮਝਾਉਂਦੇ ਰਹੇ। ਮਹਾਰਾਜ ਨੇ ਬਹੁਤ ਪਿਆਰੇ ਬਚਨ ਸਾਡੇ ਵਾਸਤੇ, ਪੁੱਤ ਵੀ ਵਰਤੇ ਆ ਬਚਨ, ਸਿੱਖ ਵੀ ਵਰਤਿਆ, ਜਨ ਵੀ ਵਰਤਿਆ, ਭਗਤ ਵੀ ਵਰਤਿਆ, ਸੰਤ ਵੀ ਸੰਗਤ ਵਾਸਤੇ ਸ਼ਬਦ ਵਰਤਿਆ। ਮਹਾਰਾਜ ਨੇ ਭਾਈ ਭਰਾ ਵੀ ਸ਼ਬਦ ਵਰਤਿਆ। ਮਹਾਰਾਜ ਨੇ ਸਾਡੇ ਵਾਸਤੇ ਪੁੱਤ ਵੀ ਸ਼ਬਦ ਵਰਤਿਆ। ਕਿੰਨੇ ਪਿਆਰ ਨਾਲ ਮਹਾਰਾਜ ਸਾਨੂੰ ਸਮਝਾਉਂਦੇ, ਆਏ ਮਿਲ ਗੁਰ ਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ।
ਪਿਆਰੇ ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ, ਮੋਰਾ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕਈ ਵਾਰੀ ਕੋਈ ਬੰਦਾ ਨਾ ਉਹ ਸਹਿ ਸੁਭਾਅ ਇਹੋ ਜਿਹਾ ਰੁੱਖਾ ਬੋਲਦਾ, ਤੁਹਾਡਾ ਕੋਲ ਬੈਠਣ ਨੂੰ ਦਿਲ ਨਹੀਂ ਕਰਦਾ। ਗੁਰੂ ਸਾਹਿਬ ਜੀ ਇੰਨਾ ਮਿੱਠਾ ਬੋਲਦੇ ਨੇ, ਦਿਨ ਚੜ੍ਹਦੇ ਆ ਕਿੰਨੇ ਲੋਕ ਆ ਕੇ ਗੁਰੂ ਸਾਹਿਬ ਦੇ ਆਲੇ ਦੁਆਲੇ ਬੈਠ ਜਾਂਦੇ ਆ। ਮਿਠਾਸ ਹੈ ਨਾ ਗੁਰੂ ਸਾਹਿਬ ਦੇ ਅੰਦਰ, ਮਿੱਠ ਬੋਲਣਾ ਹੈ ਨਾ। ਇਹੀ ਭਾਸ਼ਾ ਸਾਨੂੰ ਮਹਾਰਾਜ ਸਮਝਾਉਂਦਾ ਹੈ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ। ਮਹਾਰਾਜ ਵੀ ਸਾਡਾ ਕੌੜਾ ਬੋਲ ਨਹੀਂ ਜਾਣਦਾ, ਸਾਨੂੰ ਵੀ ਕਹਿੰਦੇ ਕੌੜਾ ਨਾ ਬੋਲ। ਪ੍ਰੇਮ ਦਾ ਵਿਸ਼ਾ ਹਾਂ। ਇਹਦੇ ਅਰਥਦਾਸ ਹੋਰ ਵੀ ਕਰਦਾ ਵੀ ਇਹ ਸਿੱਧਾ ਜਿਹਾ ਮਾਰਗ ਅਸੀਂ ਛੱਡ ਕੇ ਪ੍ਰੇਮ ਦਾ ਰਸਤਾ, ਪ੍ਰੇਮ ਨਾਲ ਹੀ ਹੁਣ ਤੁਸੀਂ ਪੰਜ ਪਿਆਰੇ ਸਾਹਿਬਾਨਾਂ ਦੇ ਕੋਲ ਜਾਂਦੇ ਹੋ, ਖੱਡੇ ਦੀ ਪੋਲ ਛਕਦੇ ਹੋ, ਕਿੰਨੇ ਪਿਆਰ ਨਾਲ ਪੰਜ ਪਿਆਰੇ ਸਾਹਿਬਾਨ ਵੀ ਆਹ ਕਰਨਾ ਹੈ ਭਾਈ, ਤੁਸੀਂ ਆਹ ਨਹੀਂ ਕਰਨਾ, ਆਹ ਪੰਥਕ ਰਹਿਣੀ ਹੈ, ਆਹ ਸ਼ਖਸੀ ਰਹਿਣੀ ਹੈ, ਆਹ ਤੁਹਾਡੇ ਜਿਹੜੀ ਮਰਿਆਦਾ ਵੀ ਤੁਸੀਂ ਆਹ ਗੁਣ ਧਾਰਨ ਕਰਨੇ, ਇਹਨਾਂ ਔਗਣਾਂ ਦਾ ਤਿਆਰ ਕਰਨਾ, ਐਸ ਰਹਿਤ 'ਚ ਰਹਿਣਾ, ਆਹ ਬਜਰ ਕੁਰੈਤਾਂ ਨੇ ਇਹਨਾਂ ਤੋਂ ਬਚਣਾ। ਪ੍ਰੇਮ ਨਾਲ ਦ੍ਰਿੜ ਕਰਾਇਆ ਜਾਂਦਾ। ਬਸ ਉਸ ਤਰੀਕੇ ਨੂੰ ਅਪਣਾ ਲਓ ਤੇ ਚੱਲਦਿਆਂ ਚੱਲਦਿਆਂ ਇੱਕ ਤਾਂ ਰੱਬ ਦੀ ਵੀ ਪ੍ਰਾਪਤੀ ਹੈ, ਗੁਰੂ ਦੀ ਖੁਸ਼ੀ ਦਾ ਪਾਤਰ ਤੇ ਸਿੱਖ ਖੁਦ ਨਹੀਂ ਬਣ ਜਾਂਦਾ ਜਦੋਂ ਖੱਡੇ ਦੀ ਪੋਲ ਛਕ ਲੈਂਦਾ ਤੇ ਇੱਕ ਦਿਨ ਚੱਲਦਿਆਂ ਰੱਬ ਦੀ ਪ੍ਰਾਪਤੀ। ਪਰ ਇਸ ਮਾਰਗ ਨੂੰ ਛੱਡ ਕੇ ਲੋਕ ਹੋਰਨਾਂ ਰਸਤਿਆਂ ਦੇ ਪੈ ਗਏ। ਕੋਈ ਜਲ ਧਾਰੇ ਕਰੀ ਜਾਂਦਾ, ਕੋਈ ਕੁਝ ਕਰੀ ਜਾਂਦਾ, ਕੋਈ ਕੁਝ ਕਰੀ ਜਾਂਦਾ, ਕੋਈ ਬਰਫ਼ ਦੀਆਂ ਸਿੱਲਾਂ ਤੇ ਬੈਠ ਗਿਆ, ਕੋਈ ਕੁਝ। ਮਹਾਰਾਜ ਦੀ ਵਿਚਾਰਧਾਰਾ ਨੂੰ ਅਸੀਂ ਨਹੀਂ ਮੰਨਦੇ ਹੈ, ਪ੍ਰੇਮ ਨਾਲ ਗੱਲ ਨਹੀਂ ਸਮਝਦੇ, ਹੋਰ ਪਾਸੇ ਨੂੰ ਅਸੀਂ ਬਹੁਤ ਤੁਰਦੇ ਹਾਂ। ਜੋ ਗੁਰੂ ਸਾਹਿਬ ਜੀ ਕਹਿੰਦੇ ਉਹ ਬੜੇ ਪ੍ਰੇਮ ਨਾਲ ਉਹ ਮੰਨ ਲਈਏ ਅਸੀਂ, ਪਰ ਅਸੀਂ ਮੰਨਦੇ ਨੇ ਮਹਾਰਾਜ ਦੇ ਸਮਝਾਉਂਦੇ ਹੀ ਪ੍ਰੇਮ ਨਾਲ। ਮਹਾਰਾਜ ਹਰਿਦੁਆਰ ਗਏ, ਕਿੰਨੇ ਲੋਕ ਸੂਰਜ ਨੂੰ ਪਾਣੀ ਦਿੰਦੇ ਸਨ, ਮਹਾਰਾਜ ਨੇ ਕੋਈ ਵਿਰੋਧਤਾ ਨਹੀਂ ਕੀਤੀ ਉਹਨਾਂ ਦੀ, ਇਹ ਕੀ ਕਰਦੇ ਹੋ, ਤੁਹਾਨੂੰ ਐ ਨਹੀਂ ਕਰਨਾ ਚਾਹੀਦਾ। ਮਹਾਰਾਜ ਲਹਿੰਦੇ ਵਾਲੇ ਨੂੰ ਪਾਣੀ 'ਚ ਲਟਣ ਲੱਗ ਪਏ। ਉਹਨਾਂ ਦਾ ਸੁਭਾਵਿਕ ਸੀ ਵੀ ਉਹਨਾਂ ਨੇ ਪੁੱਛਣਾ ਹੀ ਸੀ, ਇਹ ਇੱਧਰ ਕਿੱਧਰ ਵੀ ਜੇ ਪਲਾਣੀ ਝਟਣਾ ਇੱਧਰ ਸੂਰਜ ਨੂੰ। ਮਹਾਰਾਜ ਨੇ ਜਦੋਂ ਸਾਰੇ ਆ ਗਏ ਕਹਿੰਦੇ ਜੀ ਤੁਸੀਂ ਕੌਣ ਹੋ? ਕਹਿੰਦੇ ਜੀ ਤੁਹਾਡੇ ਵਰਗੇ ਹੀ ਅਸੀਂ, ਤੁਸੀਂ ਵੀ ਪਾਣੀ 'ਚ ਲਟਦੇ, ਅਸੀਂ ਵੀ ਪਾਣੀ। ਕਹਿੰਦੇ ਝਲਟਣਾ ਤੇ ਫਿਰ ਇਸ ਪਾਸੇ ਨੂੰ, ਤੁਸੀਂ ਕਿੱਧਰ? ਕਹਿੰਦੇ ਜੀ ਸੂਰਜ ਨੂੰ ਪਾਣੀ ਦਿੰਦੇ। ਕਹਿੰਦੇ ਕਿੰਨਾ ਕੁ ਦੂਰ ਹੈ? ਉਹਨਾਂ ਨੇ ਕਿਹਾ ਜੀ ਕੋਈ ਹਿਸਾਬ ਕਿਤਾਬ ਹੀ ਨਹੀਂ, ਹਜ਼ਾਰਾਂ ਕਿਲੋਮੀਟਰ। ਕਹਿਣ ਲੱਗੇ ਚਲੋ ਤੁਹਾਨੂੰ ਵੇਖ ਕੇ ਸਾਨੂੰ ਸੋਝੀ ਆ ਗਈ, ਸਾਡੇ ਇੱਥੋਂ 250 ਪੌਣੇ ਕੁ 300 ਕਿਲੋਮੀਟਰ ਕਰਤਾਰਪੁਰ ਅਸੀਂ ਖੇਤੀ ਫਸਲ ਬੀਜ ਕੇ ਆਏ ਹਾਂ। ਅਸੀਂ ਸੋਚਿਆ ਵੀ ਤੁਹਾਡਾ ਪਾਣੀ ਚਲੋ ਸੂਰ ਐਡਾ ਦੂਰ, ਤੁਹਾਨੂੰ ਵੇਖ ਕੇ ਸਾਨੂੰ ਵੀ ਚਲੋ ਜ਼ਮੀਨ ਨੂੰ ਪਾਣੀ ਦੇ ਦਈਏ। ਬੱਚਿਆਂ ਨੇ ਕੀ ਪਤਾ, ਪਿੱਛੋਂ ਬਾਪ ਨੂੰ ਫਿਕਰ ਹੀ ਹੁੰਦਾ ਨਾ, ਬੱਚੇ ਪਾਣੀ ਲਾਉਣ 'ਚ ਨਾ ਬਾਪ ਘਰੋਂ ਰਿਸ਼ਤੇਦਾਰੀ 'ਚ ਜਾਵੇ ਸਮਝਾ ਕੇ ਜਾਂਦਾ, ਪੁੱਤਰ ਇੰਨੇ ਦਿਨਾਂ ਨੂੰ ਮੋਟਰਾਂ ਛੱਡਿਓ, ਅੱਜ ਤਰ੍ਹਾਂ ਕਰਿਓ, ਇੰਨਾ ਕਰੋ। ਜਿਹੜਾ ਜ਼ਿਮੀਂਦਾਰ ਉਹ ਫਿਰ ਕਹਿੰਦਾ ਪਾਣੀ, ਕਹਿੰਦੇ ਬਾਬਾ ਆਹ 200-250 ਕਿਲੋਮੀਟਰ 300 ਕਿਲੋਮੀਟਰ ਤੁਹਾਡਾ ਇੱਥੇ ਝਰਟਿਆ ਪਾਣੀ ਥੋੜੀ ਪਹੁੰਚੇਗਾ। ਤੇ ਗੁਰੂ ਸਾਹਿਬ ਨੇ ਬੜੇ ਪ੍ਰੇਮ ਨਾਲ ਹੀ ਕਿਹਾ ਸੀ ਜੀ ਇਹ ਤੁਹਾਡਾ ਇੱਥੇ ਝਰਟਿਆ ਹਜ਼ਾਰਾਂ ਕੋ ਸੂਰਜ ਤੱਕ ਪਹੁੰਚ ਸਕਦਾ ਹੈ, ਜਾਂ ਪਿਤਰਾਂ ਨੂੰ ਦੇ ਰਹੇ ਹੋ ਵੀ ਜਿਹੜਾ ਬੰਦਾ ਸੰਸਾਰ ਤੇ ਹੈ ਹੀ ਨਹੀਂ, ਜੋ ਉੱਥੋਂ ਤੱਕ ਪਹੁੰਚ ਜਾਂਦਾ ਹੈ ਜਿੱਥੋਂ ਦੇ ਗੁਰੂ ਸਾਹਿਬ ਜੀ ਕਹਿੰਦੇ ਜਿਹੇ ਮਾਰਗ ਕੇ ਗਣੇ ਜਾਹੇ ਨਾ। ਸੂਰਜ ਦਾ ਕੋ ਗਿਣ ਸਕਦਾ ਵੀ ਏਡੀ ਦੂਰ ਹੈ। ਕਹਿੰਦੇ ਪਿੱਤਰ ਤੇ ਉੱਥੇ ਚਲੇ ਜਾਂਦੇ ਜਿੱਥੋਂ ਦੇ ਕੋਈ ਨਹੀਂ ਹੈ, ਜੇ ਤੁਹਾਡਾ ਪਾਣੀ ਉੱਥੇ ਪਹੁੰਚ ਸਕਦਾ। ਅਸੀਂ ਵੀ ਕਿਹਾ ਤੇ ਉਹ ਜਦੋਂ ਮਹਾਰਾਜ ਨੇ ਇਸ ਤਰੀਕੇ ਨਾਲ ਗੱਲ ਕੀਤੀ ਉਹ ਸਮਝ ਗਏ। ਮਹਾਰਾਜ ਕਹਿੰਦੇ ਨਾ ਸਾਡਾ ਝਲਟਿਆ ਕਰਤਾਰਪੁਰ ਪਹੁੰਚਣਾ, ਨਾ ਤੁਹਾਡਾ ਝਲਟਿਆ ਕਿਸੇ ਸੂਰਜ ਨੂੰ ਪਹੁੰਚਣਾ, ਨਾ ਕਿਸੇ ਪਿਤਰਾਂ ਨੂੰ ਪਹੁੰਚਣਾ। ਰੱਬ ਦੀ ਬੰਦਗੀ ਕਰੋ, ਇਹ ਵਿਸ਼ਾ ਨਹੀਂ ਹੈ ਸਾਡਾ ਰੱਬ ਨੂੰ ਮਿਲਦਾ। ਇਹਨਾਂ ਭਰਮਾਂ 'ਚ ਨਹੀਂ ਪੈਣਾ ਅਸੀਂ। ਕਿੱਡੇ ਪਿਆਰ ਨਾਲ ਮਹਾਰਾਜ ਜਿੱਥੇ ਵੀ ਗਏ ਉਹਨਾਂ ਨੇ ਪਿਆਰ ਦਾ ਵਿਸ਼ਾ। ਮਹਾਰਾਜ ਕਹਿੰਦੇ ਅਸੀਂ ਫਿਰ ਵੀ ਭੁੱਲੇ ਫਿਰਦੇ ਆ, ਭੁੱਲੀ ਫਿਰੇ ਗੁਆਰ ਸਿੱਖ ਅੱਜ ਭੁੱਲਿਆ ਹੀ ਹੈ। ਕੋਈ ਔਖਾ ਨਹੀਂ ਹੈ ਸਾਡਾ ਮਾਰਗ, ਬਿਲਕੁਲ ਸਾਦਾ ਜਿਹਾ ਸਿੱਧਾ ਜਿਹਾ। ਬਸ ਜਪਜੀ ਸਾਹਿਬ ਤੋਂ ਆਰੰਭਤਾ ਹੈ ਤੇ ਸੋਹਿਲਾ ਸਾਹਿਬ ਤੇ ਆਣ ਕੇ ਸਮਾਪਤੀ ਹੈ। ਕੀ ਔਖਾ ਕੀ ਹੈ ਜੀ ਸਾਰਾ ਦਿਨ ਦੱਸੋ? ਹੁਕਮਨਾਮਾ ਸੁਣ ਜਾਣਾ ਸੀ ਗੁਰੂ ਸਾਹਿਬ ਦੇ ਘਰੋਂ, ਕਥਾ ਦੀ ਅਸੀਂ ਸੁਣ ਲੈਣੀ ਹੈ, ਫਿਰ ਸਾਰਾ ਦਿਨ ਇਹੀ ਕਮਾਉਣਾ। ਦੱਸੋ ਔਖਾ ਕੀ ਹੈ ਜੀ? ਕੁਛ ਵੀ ਔਖਾ ਨਹੀਂ ਹੈ। ਪਰ ਹੁਣ ਸਿੱਖੀ ਦੇ ਮਾਰਗ ਤੇ ਕਿੰਨੇ ਕੁ ਚੱਲਦੇ ਆ। ਹੁਣ ਦੂਸਰੇ ਪਾਸੇ ਮਹਾਰਾਜ ਨੇ ਇੱਕ ਬੜਾ ਪਿਆਰਾ ਸ਼ਬਦ ਕਿਹਾ ਸਾਨੂੰ, ਸਭ ਕੋ ਤੇਰੇ ਵਸ ਅਗਮ ਅਗੋਚਰਾ ਤੂੰ ਭਗਤਾਂ ਕੈ ਵਸ ਭਗਤਾਂ। ਭਗਤੀ ਕਰ, ਹੁਣ ਭਗਤੀ ਪ੍ਰੇਮ ਦਾ ਹੀ ਵਿਸ਼ਾ ਹੈ। ਭਗਤੀ ਰੱਬ ਦੇ ਪ੍ਰੇਮ 'ਚ ਕੀਤੀ ਜਾਂਦੀ ਹੈ ਤੇ ਭਗਤੀ ਕਰਨ ਵਾਲਿਆਂ ਦੇ ਅਗਮ ਅਗੋਚਰ ਵਸ ਹੋ ਜਾਂਦਾ ਹੈ। ਤੇ ਇਸ ਸ਼ਬਦ 'ਚ ਮਹਾਰਾਜ ਨੇ ਬਚਨ ਕਹੇ, ਨਾ ਤੂੰ ਆਵੇਂ ਵਸ ਬਹੁਤ ਘਨਾਵਣੇ ਘਗਿਉਣ ਨਾਲ। ਘਗਿਆਉਂਦੇ ਲੋਕ ਬਹੁਤ ਨੇ, ਸੱਚ ਦੇ ਮਾਰਗ ਤੇ ਕੋਈ ਨਹੀਂ ਤੇ ਚੱਲਦਾ। ਨਾ ਤੂੰ ਆਵੇਂ ਵਸ ਵੇਦ ਪੜਾਵਣੇ। ਹੁਣ ਧਾਰਮਿਕ ਗ੍ਰੰਥਾਂ ਦੇ ਕਿੰਨੇ ਪਾਠ ਹੁੰਦੇ ਆ, ਮੰਨਣ ਵਾਲੇ ਕਿੰਨੇ ਕੁ, ਪਾਠ ਕਰਾਉਣ ਵਾਲੇ ਬਹੁਤ ਹੈ। ਹੁਣ ਤੇ ਗੁਰੂ ਘਰਾਂ ਦੇ ਅੰਦਰ
ਉਹ ਕਹਿੰਦੇ ਨੇ ਇੱਥੇ ਉਹ ਪਿੱਛੇ ਨਾ ਅਖੰਡ ਪਾਠ ਸਾਹਿਬ ਆਰੰਭ ਹੁੰਦੇ, ਕਈ ਪਰਿਵਾਰ ਬੜੀ ਸੇਵਾ ਕਰਦੇ ਜੀ, 3 ਦਿਨ ਉਹ ਰੂਮ ਲੈਂਦੇ ਆ, ਉਹ ਸਾਰਾ ਪਰਿਵਾਰ ਲੈ ਕੇ ਆਉਂਦੇ ਆ, ਉਹ ਲੰਗਰਾਂ ਚੋਂ ਪ੍ਰਸ਼ਾਦਾ ਛਕਦੇ। ਇਹ ਚਾਹੀਦਾ ਤੇ ਇਹ ਹੈ। ਤੇ ਕਈ ਕਹਿੰਦੇ ਬਾਬਾ ਜੀ ਪਾਠ ਤੁਸੀਂ ਆਰੰਭ ਕਰ ਦਿਓ, ਰੱਬ ਤੇ ਨਹੀਂ ਆ ਜਾਣਾ, ਮਦ ਵੀ ਉਹ ਇੱਥੇ ਨਹੀਂ ਆ ਜਾਣਾ, ਭੋਗ ਤੇ ਵੇਖਾਂਗੇ ਵੀ ਭੋਗ ਪਏ ਤੋਂ ਬਾਅਦ ਹੀ ਕਈ ਪਹੁੰਚਦੇ। ਉੱਪਰ ਚ ਵਿਚਾਰੇ ਪਾਠੀ ਸਿੰਘ ਫੋਨ ਕਰਦੇ ਰਹਿੰਦੇ, ਕਦੋਂ ਆ ਰਹੇ ਹੋ ਜੀ, ਕਦੋਂ ਆ ਰਹੇ ਹੋ ਜੀ। ਜੇ ਡੀਕ ਕੇ ਅਰਦਾਸ ਵੀ ਕਰਦੇ ਨੇ, ਫਿਰ ਸ਼ਿਕਾਇਤ ਵੀ ਕਰਦੇ, ਕਹਿੰਦੇ ਜੀ ਇਹਨਾਂ ਦੇ ਭੋਗ ਵੀ ਸਾਡੇ ਆਉਂਦੇ ਨੂੰ ਪਾ ਦਿੱਤਾ, ਭੋਗ ਦਾ ਟਾਈਮ ਸੀ ਤੁਸੀਂ ਪਹੁੰਚੇ ਹੀ ਨਹੀਂ। ਤੇ ਕਈ ਸਾਰੀ ਰਾਤ ਹੀ ਬਾਣੀ ਸੁਣਦੇ ਆ। ਪਾਠ ਕਰਾਉਣ ਵਾਲੇ ਬਹੁਤ ਹੈ, ਕਮਾਉਣ ਵਾਲਾ ਕੋਈ ਨਹੀਂ ਜਿੱਥੇ। ਕਮਾਉਂਦੇ ਵੀ ਹੈ, ਬਹੁਤ ਘੱਟ ਹੈ। ਔਖਾ ਕੀ ਹੈ? ਰਸਤਾ ਬਹੁਤ ਸਿੱਧਾ ਜਿਹਾ, ਬਹੁਤ ਸਾਦਾ ਜਿਹਾ ਮਾਰਗ ਹੈ। ਨਾ ਮਹਾਰਾਜ ਨੇ ਘਰ ਤਿਆਗਣ ਲਈ ਕਿਹਾ, ਨਾ ਮਹਾਰਾਜ ਨੇ ਕੋਈ ਇਹੋ ਜਿਹੇ ਔਖੇ ਕਰਮ ਕਰਨ ਲਈ ਕਿਹਾ ਵੀ ਤੂੰ ਜਪ ਕਰ, ਤਪ ਕਰ, ਉਹ ਫਰਾਣੇ ਪਾਸੇ ਤੁਰਿਆ। ਮਹਾਰਾਜ ਕਹਿੰਦੇ ਗ੍ਰਸਤੀ ਜੀਵਨ ਧਾਰਨ ਕਰ, ਧਰਮ ਦੀ ਕਿਰਤ ਕਰ, ਸੱਚ ਤੇ ਪਹਿਰਾ ਦੇ। ਬਸ ਇਸ ਤਰ੍ਹਾਂ ਸਾਦਾ ਜਿਹਾ ਜੀਵਨ, ਇਹਦੇ ਵਰਗਾ ਸੰਤ ਹੀ ਕੋਈ ਨਹੀਂ ਹੈ। ਭਗਤ ਰਵਿਦਾਸ ਜੀ ਨੇ ਇਹੀ ਤੇ ਕਮਾਇਆ। ਜੁੱਤੀਆਂ ਕੱਢ ਕੇ ਆਪਣਾ ਗੁਜ਼ਾਰਾ ਕਰਦੇ, ਨਾਲ ਧਰਮ ਦੀ ਕਿਰਤ ਕਰਦੇ, ਰੱਬ ਨੂੰ ਜਪਦੇ। ਸੱਚ ਸੀ ਅੰਦਰ, ਰੱਬ ਰੂਪ ਹੀ ਹੋ ਗਏ। ਅਸੀਂ ਤੇ ਸਿਰਫ ਪ੍ਰਵਾਨ ਹੀ ਹੋਣਾ, ਉਹਨਾਂ ਨੇ ਬਹੁਤਿਆਂ ਨੂੰ ਪ੍ਰਮਾਣ ਕਰਵਾ ਦਿੱਤਾ। ਉਹ ਤੇ ਇਹੋ ਜਿਹਾ ਜੀਵਨ ਬਣਾ ਕੇ ਗਏ। ਮਹਾਰਾਜ ਕਹਿੰਦੇ ਪੰਥਾ ਪ੍ਰੇਮ ਨਾ ਜਾਣਈ, ਜੀਵ ਰੂਪੀ ਇਸਤਰੀ ਪ੍ਰੇਮ ਦੇ ਰਸਤੇ ਨੂੰ ਨਹੀਂ ਜਾਣਦੀ ਹੈ। ਭੂਲੀ ਫਿਰੇ ਗਵਾਰ, ਨਾ ਤੂੰ ਆਵੇਂ ਵਸ ਬਹੁਤ ਘਨਾਵਣੇ, ਨਾ ਤੂੰ ਆਵੇਂ ਵਸ ਵੇਦ ਪੜਾਵਣੇ, ਨਾ ਤੂੰ ਆਵੇਂ ਵਸ ਤੀਰਥ ਨਹਾਈਏ। ਹੁਣ 68 ਤੀਰਥਾਂ ਦੇ ਇਸ਼ਨਾਨ ਕਰਨ ਵਾਲੇ ਬਹੁਤ ਹੋਣਗੇ, ਉੱਥੇ ਜਾ ਕੇ ਕਮਾਈ ਕਰਨ ਵਾਲਾ ਘੱਟ ਹੈ। ਨਾ ਤੂੰ ਆਵੇਂ ਵਸ ਤੀਰਥ ਨਹਾਈਏ, ਨਾ ਤੂੰ ਆਵੇਂ ਵਸ ਧਰਤੀ ਰਟਨ ਕਰ ਲਈਏ, ਨਾ ਤੂੰ ਆਵੇਂ ਵਸ ਕਿਤੇ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਜਿਵੇਂ ਵਸ ਆਉਣਾ ਸੀ ਉਵੇਂ ਅਸੀਂ ਕੀਤਾ ਹੀ ਨਹੀਂ ਹੈ। ਤੇ ਆਹ ਕਰਮ ਸਾਰੇ ਕਰਦੇ ਆ। ਬਹੁਤਾ ਦਾਨ ਵੀ ਕੋਈ ਦੇਵੇਗਾ, ਸਾਰੇ ਤੀਰਥਾਂ ਦੇ ਵੀ ਠਾਠਾਂ ਦੇ ਇਸ਼ਨਾਨ ਕਰ ਰਹੇਗਾ, ਹੋਰ ਕੁਝ ਅਨੇਕਾਂ ਕਰਮ ਕਰ ਲੇਗਾ, ਪਰ ਉਹ ਸੱਚ ਦੇ ਮਾਰਗ ਤੇ ਨਹੀਂ ਚੱਲੇਗਾ। ਜੋ ਗੁਰੂ ਕਹਿੰਦੇ ਉਹ ਨਹੀਂ ਕਰੇਗਾ। ਮਹਾਰਾਜ ਕਹਿੰਦੇ ਮਾਰਗ ਬਹੁਤ ਸੁਖੈਨ ਹੈ, ਪ੍ਰੇਮ ਦਾ ਵਿਸ਼ਾ। ਤੇ ਮਹਾਰਾਜ ਕਹਿੰਦੇ ਅਸੀਂ ਭੁੱਲੇ ਹੋਏ ਹਾਂ, ਜੀਵ ਰੂਪੀ ਇਸਤਰੀ ਗਵਾਰਾਂ ਦੀ ਤਰ੍ਹਾਂ ਭਟਕ ਰਹੀ ਹੈ। ਨਾਨਕ ਹਰਿ ਬਿਸਰਾਏ ਕੈ, ਮਹਾਰਾਜ ਕਹਿੰਦੇ ਆ ਰੱਬ ਨੂੰ ਭੁੱਲ ਕੇ ਜੀ ਪਾਉਂਦੇ ਨਰਕ ਅੰਧਿਆਰ। ਫਿਰ ਜੀਵਾਂ ਨੂੰ ਨਰਕ ਪ੍ਰਾਪਤ ਹੁੰਦਾ ਹੈ। ਅੰਧਿਆਰ ਹਨੇਰਾ ਗਿਣ ਲੋ, ਤੇ ਹਨੇਰੇ 'ਚ ਰਹਿੰਦਾ ਹੋਇਆ ਜੀਵ ਫਿਰ ਇੱਕ ਦਿਨ ਭਾਈ ਉਹ ਜੰਮਣ ਮਰਨ ਦੇ ਗੇਟ 'ਚ ਪੈਂਦਾ ਹੈ। ਪਾਉਂਦੇ ਨਰਕ ਅੰਧਿਆਰ। ਨਰਕ ਅਸਲ ਦੇ ਅੰਦਰ ਨਾ ਗੁਰਮੁਖੋ। ਸੰਤ ਅਦਰ ਸਿੰਘ ਜੀ ਮਸਤੂਆਣੇ ਇਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਸੀ, ਸਾਨੂੰ ਮਿਲਦਾ ਹੈ। ਉਹਨਾਂ ਨੇ ਕਿਹਾ ਜੀ ਸਵਰਗ ਕੀ ਹੈ, ਨਰਕ ਕੀ ਹੈ? ਤੇ ਉਹਨਾਂ ਨੇ ਬੜੇ ਪਿਆਰ ਦੇ ਨਾਲ ਕਿਹਾ ਸੀ, ਕਹਿੰਦੇ ਗੁਰੂ ਸਾਹਿਬ ਨਾਲ ਜੁੜ ਜਾਣਾ, ਗੁਰੂ ਸਾਹਿਬ ਦੇ ਦੱਸੇ ਉਪਦੇਸ਼ ਨੂੰ ਕਮਾਉਣਾ, ਜੋ ਗੁਰੂ ਕਹਿੰਦਾ ਕਰਨਾ, ਇਹੀ ਸਵਰਗ 'ਚ ਰਹਿਣਾ ਹੈ। ਤੇ ਗੁਰੂ ਨਾਲ ਟੁੱਟ ਕੇ ਜੀਵਨ ਆਪ ਉਧਰਾ ਜਿਉਣਾ ਹੈ, ਨਰਕਾਂ 'ਚ ਪੈਣਾ ਹੈ। ਅਗਲਾ ਤੇ ਸਵਰਗ ਨਰਕ ਕਿਸੇ ਨੇ ਵੇਖਿਆ ਨੇ, ਇੱਥੇ ਹੀ ਮਨੁੱਖ ਕਈ ਨਰਕ ਭੋਗਦੇ ਤੁਹਾਨੂੰ ਨਜ਼ਰ ਆਉਣਗੇ। ਜੁੜਨਾ ਸਵਰਗ ਹੈ, ਟੁੱਟਣਾ ਨਰਕ ਹੈ। ਤੇ ਮਹਾਰਾਜ ਕਹਿੰਦੇ ਹੈ ਨਾਨਕ ਹਰਿ ਬਿਸਰਾਏ ਕੈ, ਰੱਬ ਨੂੰ ਭੁੱਲ ਕੇ ਭਾਈ ਫਿਰ ਜੀਵ ਪਾਉਂਦੇ ਨਰਕ ਅੰਧਿਆਰ। ਉਹ ਨਰਕ ਇੱਕ ਤੇ ਹੁੰਦਾ, ਇੱਕ ਤੇ ਸਾਡੇ ਸੋਚ ਮੰਡਲ ਰਹੇ, ਜਦੋਂ ਅਸੀਂ ਸਰੀਰ ਤਿਆਗਾਂਗੇ ਉਦੋਂ ਨਰਕਾਂ 'ਚ ਆਤਮਾ ਨੇ ਪੈਣਾ। ਕਈ ਬਹੁਤੇ ਮਨੁੱਖ ਤੁਹਾਨੂੰ ਹੁਣ ਵੀ ਨਰਕਾਂ 'ਚ ਪਏ ਨਜ਼ਰ ਆਉਣਗੇ, ਉਹਨਾਂ ਦੇ ਜੀਵਨ 'ਚ ਸੁੱਖ ਨਹੀਂ, ਉਹ ਕਲਪੇ ਹੋਏ ਹੈ। ਮਹਾਰਾਜ ਕਹਿੰਦੇ ਰੱਬ ਨੂੰ ਭੁੱਲ ਕੇ ਫਿਰ ਜੀਵ ਨਰਕਾਂ ਦੇ ਅਧਿਕਾਰੀ ਬਣ ਜਾਂਦੇ ਹੈ। ਉਹ ਆਪ ਉਧਰਾ ਜੀਵਨ ਜਿਉ ਕੇ ਫਿਰ ਅਗਿਆਨਤਾ ਦੇ ਹਨੇਰੇ 'ਚ ਇੱਕ ਦਿਨ ਡੁੱਬ ਜਾਂਦੇ ਹਨ। ਕੁਝ ਕੁ ਬੇਨਤੀਆਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ 'ਚ। ਉਹਨਾਂ ਦਾ ਜਨਮ ਜੀ 1377 ਨੂੰ ਬਨਾਰਸ ਦੇ ਅੰਦਰ ਹੁੰਦਾ ਹੈ। ਭਗਤ ਕਬੀਰ ਜੀ ਦਾ ਵੀ ਜਨਮ ਇੱਥੇ ਹੀ ਹੋਇਆ ਸੀ। ਉਹਨਾਂ ਦੇ ਪਿਤਾ ਜੀ ਸਨ ਭਾਈ ਸੰਤੋਖ ਦਾਸ ਜੀ, ਮਾਤਾ ਕਲਸਾ ਦੇਵੀ ਜੀ, ਉਹਨਾਂ ਦਾ ਉੱਥੇ ਜਨਮ ਹੋਇਆ ਨਿੱਕੇ ਜਿਹੇ। ਚਲੋ ਪਰਿਵਾਰ ਗਰੀਬ ਹੈ, ਆਪਾਂ ਸਾਰੇ ਹੀ ਜਾਣਦੇ ਹਾਂ ਵੀ ਉਹ ਪਿਸ਼ਾਵਰ ਦੇ ਅੰਦਰ ਚੰਮ ਢੋਣ ਦਾ ਕੰਮ ਕਰਦੇ ਰਹੇ। ਭਗਤ ਰਵਿਦਾਸ ਜੀ ਨਿੱਕੇ ਜਿਹੇ ਸਨ। ਉਹਨਾਂ ਨੇ ਬੜੀ ਬੰਦਗੀ ਬਚਪਨ ਤੋਂ ਹੀ ਕੀਤੀ ਹੈ। ਦਾਸ ਨੇ ਕਈ ਵਾਰੀ ਬੇਨਤੀਆਂ ਕੀਤੀਆਂ ਵੀ ਕੁਝ ਕਈਆਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ, ਤੇ ਕਈ ਜਿਹੜੇ ਜੀਵ ਨੇ ਉਹ ਫਿਰ ਰੱਬ ਹੀ ਉਹਨਾਂ ਤੇ ਬਖਸ਼ਿਸ਼ ਕਰਦੇ, ਉਹਨਾਂ 'ਚ ਸੰਤੋਖ ਭਰ ਕੇ ਭੇਜਦੇ, ਉਹਨਾਂ 'ਚ ਦਇਆ ਹੁੰਦੀ, ਉਹ ਧਰਮੀ ਬਣਦੇ ਨੇ ਸੰਸਾਰ ਤੇ। ਮਾਂ ਪਿਓ ਚੰਗੇ ਹੋਣਗੇ, ਚੰਗੀ ਸਿੱਖਿਆ ਦਿੱਤੀ, ਚੰਗੇ ਸੰਸਕਾਰ ਮਿਲੇ, ਬਚਪਨ 'ਚ ਹੀ ਭਗਤ ਰਵਿਦਾਸ ਜੀ ਬੰਦਗੀ ਕਰਦੇ ਆ ਬੜੇ ਪਿਆਰ ਦੇ ਨਾਲ। ਤੇ ਉਹਨਾਂ ਦੇ ਸ਼ਬਦਾਂ 'ਚੋਂ ਸਾਨੂੰ ਮਿਲਦਾ, ਉਹ ਕਹਿੰਦੇ ਜੀ ਚਮਿਆਰਾਂ ਦੇ ਘਰੇ ਸਾਡਾ ਜਨਮ ਹੋਇਆ। ਉਹ ਆਪਾਂ ਸ਼ਬਦ ਬਹੁਤ ਵਾਰੀ ਪੜ੍ਹਿਆ,
ਪ੍ਰਾਣੀ ਕਿਆ ਮੇਰਾ ਕਿਆ ਤੇਰਾ ਤੇਰਾ ਜੈਸੇ ਤਰਵਰ। ਪੰਖ ਬਸੇਰਾ। ਬੜੀ ਵਧੀਆ ਸਿੱਖਿਆ ਇਹਦੇ ਚ। ਪ੍ਰਾਣੀ ਮੇਰਾ ਤੇਰਾ ਇੱਥੇ ਕੀ ਕਰਦਾ? ਕੁਝ ਵੀ ਨਹੀਂ ਹੈ, ਨਾ ਤੇਰਾ ਨਾ ਮੇਰਾ। ਭਗਤ ਰਵਿਦਾਸ ਜੀ ਕਹਿੰਦੇ ਆ ਸਾਡਾ ਕੁਝ ਵੀ ਨਹੀਂ ਹੈ ਨਾ। ਕਈ ਵਾਰੀ ਨਾ ਬੰਦਾ ਕਹਿੰਦਾ ਆਹ ਮੇਰਾ, ਦੂਸਰੇ ਨੂੰ ਕਹਿੰਦਾ ਆਹ ਤੇਰਾ ਹੈ। ਨਾ ਉਹਦਾ ਜਿਹਨੂੰ ਅਸੀਂ ਕਹਿ ਰਹੇ ਤੇਰਾ, ਨਾ ਮੇਰਾ ਹੈ। ਸਾਡਾ ਕੁਝ ਵੀ ਨਹੀਂ ਹੈ। ਭਗਤ ਕਬੀਰ ਜੀ ਨੇ ਇਸ ਗੱਲ ਨੂੰ ਕਲੀਅਰ ਕੀਤਾ ਹੈ। ਕਬੀਰ ਮੇਰਾ ਮੁਝ ਮੈਂ। ਕਿਸੇ ਨੇ ਜੋ ਤੂੰ ਕਹਿੰਦਾ ਨਾ ਮੇਰਾ ਹੈ, ਮੇਰਾ ਮੇਰਾ ਹੈ ਹੀ ਨਹੀਂ ਹੈ। ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ। ਤੂੰ ਤੇ ਪੰਛੀ ਦੀ ਤਰ੍ਹਾਂ, ਤਰਵਰ ਦਰਖਤ ਨੂੰ ਕਹਿੰਦੇ, ਦਰਖਤ ਤੇ ਪੰਛੀ ਰਹਿੰਦਾ ਹੈ। ਹੋ ਸਕਦਾ ਪੰਛੀ ਕਹਿੰਦਾ ਹੋਵੇ ਵੀ ਦਰਖਤ ਮੇਰਾ ਹੈ, ਪੰਛੀ ਉੱਡਦਾ ਹੈ, ਮਰ ਜਾਂਦਾ ਕਿ ਦਰਖਤ ਨਾਲ ਲੈ ਕੇ ਜਾਂਦਾ ਹੈ। ਬੰਦਿਆ ਪੰਛੀ ਜਿਵੇਂ ਦਰਖਤ ਤੇ ਇੱਕ ਸਾਈਡ ਤੇ ਆਲਣਾ ਪਾ ਕੇ ਆਪਣਾ ਗੁਜ਼ਾਰਾ ਕਰਦਾ, ਸੰਸਾਰ ਵੀ ਇੱਕ ਬਿਰਖ ਹੈ, ਬਸ ਇੱਕ ਟਾਹਣੀ ਤੇ ਤੇਰਾ ਵਾਸ ਹੈ। ਉੱਡ ਜਾਣਾ ਤੂੰ, ਦਰਖਤ ਇੱਥੇ ਹੀ ਰਹਿਣਾ, ਸੰਸਾਰ ਇਸ ਤਰ੍ਹਾਂ ਹੀ ਚੱਲਣਾ ਹੈ। ਹਾਂ ਵੈਸੇ ਮਹਾਰਾਜ ਨੇ ਪੰਛੀ ਤੋਂ ਸਿੱਖਿਆ ਲੈਣ ਵਾਸਤੇ ਭਗਤ ਰਵਿਦਾਸ ਜੀ ਨੇ ਕਿਹਾ, ਕਹਿੰਦੇ ਵੀ ਉਹ ਜੇ ਪੰਛੀ ਸੋਚ ਵੀ ਲਵੇ ਨਾ ਦਰਖਤ, ਪਹਿਲੀ ਗੱਲ ਤੇ ਉਹ ਸੋਚਦਾ ਹੀ ਨਹੀਂ ਹੈ। ਉਹ ਪੰਛੀ 'ਚ ਇੱਕ ਸਮਝ ਹੈ, ਸੋਚ ਹੈ, ਉਹਦੇ ਕੋਲ ਸ਼ਾਇਦ ਰੱਬੀ ਗਿਆਨ ਹੈ। ਹੁਣ ਪੰਛੀ ਇਹ ਆਲ੍ਹਣਾ ਪਾਉਂਦਾ ਦਰਖਤ ਤੇ, ਉਸੇ ਦਰਖਤ ਤੇ ਹੋਰ ਕਈ ਆਲ੍ਹਣੇ ਪੈਂਦੇ ਆ। ਉਹਦਾ ਆਲ੍ਹਣਾ ਨੀਵਾਂ ਵੀ ਰਹਿ ਜਾਏ ਨਾ, ਕੋਈ ਉਹਦੇ ਸਿਰ ਤੇ ਵੀ ਪਾ ਦਿਓ, ਉਹ ਜਿਹੜਾ ਕਲਪਦਾ ਨਹੀਂ, ਉਹ ਕਹਿੰਦਾ ਮੇਰੇ ਕੋਲ ਵੀ ਛੱਤ ਹੈ, ਕੋਈ ਨਹੀਂ ਜੇ ਉੱਚਾ ਹੈ। ਤੇ ਹੁਣ ਅਸੀਂ ਕਦੋਂ ਕਲਪਦੇ ਵੀ ਮੈਂ ਤੇ ਸਾਦੇ ਜਿਹੇ ਕਮਰੇ ਪਾਏ ਨੇ, ਮੇਰੇ ਤੇ ਅਜੇ ਲੈਂਟਰ ਨਹੀਂ ਪਿਆ, ਗੁਆਂਢੀ ਕੋਠੀ ਪਾਈ ਜਾਂਦਾ। ਸਾਨੂੰ ਇਸ ਗੱਲ ਦਾ ਵੀ ਦੁੱਖ ਹੈ। ਪੰਛੀ ਨਹੀਂ ਦੁੱਖ ਕਰਦੇ ਵੀ ਮੇਰਾ ਗੁਆਂਢੀ ਉੱਚਾ ਮੇਰੇ ਤੋਂ ਹੋ ਗਿਆ। ਮਨੁੱਖ ਕਲਪ ਜਾਂਦਾ। ਇੱਕ ਦਰਖਤ ਤੇ 20 30 40 ਪੰਛੀ ਰਹਿ ਜਾਂਦੇ ਹੈ, ਉਹਨਾਂ 'ਚ ਪਿਆਰ ਵੀ ਹੋਏਗਾ। ਉਹ ਪੰਛੀ ਵੀ ਅਲੱਗ-ਅਲੱਗ ਜਾਤੀਆਂ ਦੇ, ਤੇ ਅਸੀਂ ਇੱਕ ਬਾਪ ਦੇ 4 ਪੁੱਤ ਇੱਕ ਘਰੇ ਨਹੀਂ ਜੇ ਟਿਕ ਸਕਦੇ। ਪੰਛੀਆਂ ਨਾਲੋਂ ਤੇ ਅਸੀਂ ਮਾੜੇ ਹੋਏ ਫਿਰ। ਪੰਛੀ ਤੇ ਹੁਣ ਵੀ ਅਨੇਕਾਂ ਜਾਤੀਆਂ ਦੇ ਇੱਕ ਦਰਖਤ ਤੇ ਰਹਿ ਜਾਂਦੇ ਆ। ਅਸੀਂ 4 ਭਰਾ ਹੀ ਇੱਕ ਘਰ 'ਚ ਇਕੱਠੇ ਨਹੀਂ ਰਹਿ ਜਾਂਦੇ। ਹੁਣ ਕੋਈ ਘਰ 'ਚ ਇਕੱਠਾ ਤੁਹਾਨੂੰ ਨਜ਼ਰ ਆਉਂਦਾ ਹੈ? ਏਕਤਾ 'ਚ ਬਲ ਹੈ, ਪਰ ਅਸੀਂ ਬਲ ਰਹਿਣ ਹੀ ਨਹੀਂ ਦਿੱਤਾ। ਹੁਣ ਆ ਇਲੈਕਸ਼ਨ ਚੱਲ ਰਹੇ ਨਾ, ਇੱਕ ਭਰਾ ਕਿਸੇ ਪਾਸੇ ਕਹਿੰਦਾ ਵੀ ਆਪਣੀ ਵੋਟ ਇੱਧਰ ਜਾਏਗੀ, ਕਿਸੇ ਪਾਸੇ ਜੇ ਇਕੱਠੇ ਜਾਂਦੇ ਤਾਕਤ ਸੀ। ਸਾਡੇ ਕੋਲ ਪਿਆਰ ਵੀ ਰਹਿਣਾ ਸੀ ਨਾਲ ਦੀ ਨਾਲ। ਜਿਹਦੇ ਨਾਲ ਜੁੜੇ ਹੁੰਦੇ ਉਹਨੂੰ ਵੀ ਥੋੜਾ ਜਿਹਾ ਹੁੰਦਾ ਵੀ ਭਾਈ ਠੀਕ ਹੈ ਵੀ ਇਹ ਪਰਿਵਾਰ ਜਿਹੜਾ ਜੁੜਿਆ ਹੋਇਆ। ਹੁਣ ਆਪ ਉਧਰੇ ਹੋ ਗਏ ਅਸੀਂ ਸਾਰੇ ਹੀ, ਉਹ ਬਲ ਨਹੀਂ ਸਾਡੇ ਅੰਦਰ ਰਿਹਾ। ਦਾਸ ਨੇ ਬਹੁਤ ਵਾਰੀ ਬੇਨਤੀ ਕੀਤੀ, ਬਾਪੂ ਚੜ੍ਹਾਈ ਕਰਨ ਲੱਗੇ ਨੇ, ਆਪਣੇ 4 ਪੁੱਤਰਾਂ ਨੂੰ ਸਮਝਾਇਆ ਇੱਕ ਇੱਕ ਛੜੀ ਲਿਆਓ, ਇਹਨੂੰ ਤੋੜੋ ਮੇਰੇ ਸਾਹਮਣੇ। ਉਹਨਾਂ ਤੋੜ ਕੇ ਇੱਕ ਮਿੰਟ 'ਚ ਉਹ ਫਿਰ ਕਹਿੰਦਾ 4 ਨੂੰ ਇਕੱਠੀਆਂ ਕਰੋ, ਇਹਨੂੰ ਬੰਨ੍ਹ ਦਿਓ। ਕਹਿੰਦਾ ਹੁਣ ਤੋੜੋ। ਸਾਰੇ 4 ਨੇ ਜ਼ੋਰ ਲਾਇਆ, ਟੁੱਟੀ ਨਹੀਂ। ਕਹਿਣ ਲੱਗਾ ਬੇਟਾ ਜਾਣ ਲੱਗਿਆ ਤੁਹਾਨੂੰ ਇਹੀ ਸਿੱਖਿਆ, ਕੱਲੇ ਕੱਲੇ ਨਾ ਹੋਇਓ, ਇਕੱਠੇ ਰਿਹੋ। ਤੁਹਾਡਾ ਲੱਕ ਨਹੀਂ ਕੋਈ ਤੋੜ ਸਕੇਗਾ। ਜਿੱਦਣ ਆਪ ਉਧਰੇ ਹੋ ਗਏ ਫਿਰ ਤੁਹਾਨੂੰ ਬਖਸ਼ਣਾ ਕੋਈ ਨਹੀਂ ਜੇ ਕਿਸੇ ਨੇ। ਮਰਜ਼ ਇਹੀ ਤੇ ਗੱਲ ਕਹਿੰਦੇ ਪੰਛੀਆਂ ਤੋਂ ਸਿੱਖਿਆ ਲੈ। ਪੰਛੀ 20 ਜਾਤੀਆਂ ਦੇ ਇੱਕ ਦਰਖਤ ਤੇ ਇਕੱਠੇ ਰਹਿ ਜਾਂਦੇ, ਤੂੰ ਇੱਕ ਆਪਣੇ ਭਰਾਵਾਂ ਨਾਲ ਹੀ ਨਹੀਂ ਆਪਣੀ ਜੀਵਨ ਬਤੀਤ ਕਰ ਸਕਦਾ। ਬੱਚਿਆਂ ਨਾਲ ਮਾਂ ਪਿਓ ਅੱਡ ਹੋਏ ਫਿਰਦੇ ਜੀ ਅੱਜ। ਭਰਾਵਾਂ ਨਾਲ ਤੇ ਛੱਡੋ ਤੁਸੀਂ, ਹੁਣ ਮਾਂ ਪਿਓ ਦੂਜਾ ਤੀਜਾ ਸਾਰਾ 2 ਬੱਚੇ ਨੇ ਤੇ ਦੋਵਾਂ ਨੂੰ ਅਲੱਗ-ਅਲੱਗ ਰੂਮ ਦਿੱਤੇ ਨੇ। ਇੱਕ ਕਮਰੇ 'ਚ 2 ਭਰਾ ਹੀ ਨਹੀਂ ਸੌਂ ਸਕਦੇ, ਇੱਕ ਕਮਰੇ 'ਚ। ਬੜੀ ਔਖੀ ਗੱਲ ਹੋ ਗਈ। ਪੰਛੀਆਂ ਤੋਂ ਸਿੱਖ ਲਾ। ਭਗਤ ਜੀ ਹਰੇਕ ਬੜਾ ਵਧੀਆ ਉਪਦੇਸ਼ ਹੈ, ਹਰੇਕ ਸ਼ਬਦ ਤੋਂ ਸਾਨੂੰ ਸਿੱਖਿਆ ਹੈ। ਜੈਸੇ ਤਰਵਰ ਪੰਖ ਬਸੇਰਾ, ਸ਼ਬਦ ਦੀ ਰਮਤ ਇੱਥੋਂ ਦੀ ਜਲ ਕੀ ਭੀਤ ਪਵਨ ਕਾ ਥੱਬਾ। ਜਲ ਦੀ ਭੀਤ ਕੰਧ ਨੂੰ ਕਹਿੰਦੇ ਆ। ਤੁਸੀਂ ਕਿਤੇ ਸਮੁੰਦਰ ਤੇ ਜਾਇਓ ਘੁੰਮਣ, ਉੱਥੇ ਨਾ ਜਿਹੜੀ ਲਹਿਰ ਨਾ ਤੁਹਾਨੂੰ ਕੰਧ ਦੀ ਤਰ੍ਹਾਂ ਨਜ਼ਰ ਆਏਗੀ। ਐ ਨਾ ਉਹ ਪਾਣੀ ਦੇ ਹਵਾ ਦੇ ਦਬਾਅ ਕਰਕੇ ਉਹ ਕੰਧ ਦੀ ਤਰ੍ਹਾਂ, ਪਰ ਵੇਖਦਿਆਂ ਕੰਧ ਫਿਰ ਲਹਿਰ ਜਿਹੜੀ ਫਿਰ ਸਮੁੰਦਰ 'ਚ ਮਿਲ ਜਾਂਦੀ ਹੈ। ਮਹਾਰਾਜ ਕਹਿੰਦੇ ਅਸੀਂ ਲਹਿਰ ਹੈ, ਸਮੁੰਦਰ ਰੱਬ ਹੈ। ਹੁਣ ਅੱਡ ਰਹੇ ਹੈ, ਹੁਣ ਕਰਮਾਂ ਕਰਕੇ ਸਾਡਾ ਵਿਛੋੜਾ। ਜਦੋਂ ਕਰਮ ਵਿੱਚੋਂ ਫਿਰ ਉਹ ਸੁਰਤ ਆਤਮਾ ਪ੍ਰਮਾਤਮਾ, ਆਤਮਾ ਪ੍ਰਾਤਮਾ ਇੱਕੋ ਕਰੇ, ਆਤਮਾ ਪ੍ਰਮਾਤਮਾ ਦਾ ਰੂਪ ਹੋ ਜਾਏਗੀ। ਜਦੋਂ ਉਹ ਭੰਭੀਰੀ ਕੇ ਪਾਤ ਪਰਦੋ ਬਿਨ ਪੇਖੇ ਤੋਂ ਰਾਏ, ਜਿਹੜੀ ਹਉਮੈ ਦੀ ਕੰਧ ਹੈ ਨਾ ਉਹਨੂੰ ਦੂਰ ਕਰ, ਤੇ ਫਿਰ ਆਤਮਾ ਪ੍ਰਮਾਤਮਾ ਇੱਕ ਹੋਏਗੀ। ਜਲ ਕੀ ਭੀਤ ਪਵਨ ਕਾ ਥੱਪਾ, ਉਹ ਜਲ ਦੀ ਕੰਧ ਹੈ ਸਮੁੰਦਰ 'ਚ ਹਵਾ ਕਰਕੇ। ਮਹਾਰਾਜ ਕਹਿੰਦੇ ਸਰੀਰ ਵੀ ਇੱਕ ਕੰਧ ਹੈ, ਪਾਣੀ ਦੀ ਕੰਧ ਹੈ, ਔਰ ਇਹਦੇ ਥੱਲੇ ਸਵਾਸਾਂ ਦਾ ਰੱਬ ਨੇ ਥੰਬਾ ਦਿੱਤਾ ਹੋਇਆ ਹੈ। ਜਲ ਕੀ ਭੀਤ ਪਵਨ ਕਾ ਥੰਬਾ, ਜਦੋਂ ਸਵਾਸਾਂ ਰੂਪੀ ਥੰਬਾ ਖਿਸਕ ਜਾਂਦਾ ਹੈ ਨਾ, ਫਿਰ ਉਹ ਕੰਧ ਢਹਿ ਢੇਰੀ ਹੋ ਜਾਂਦੀ, ਡਿੱਗ ਪੈਂਦੀ, ਸਰੀਰ ਫਿਰ ਮਾਟੀ ਹੋਈ ਇੱਕ ਵਾਲੀ ਘਟਨਾ ਵਾਪਰਦੀ ਹੈ। ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ, ਇਹਨੂੰ ਰਕਤ ਰਤ ਮਾਂ ਦੀ ਰਤ, ਬੂੰਦ ਕਾ ਗਾਰਾ ਪਿਤਾ ਤੋਂ ਮਾਂ ਤੋਂ, ਇਹ ਹੱਡੀਆਂ ਪਿੰਜਰਾਂ ਦਾ ਸਰੀਰ ਫਿਰ ਤਿਆਰ ਹੋਇਆ ਜੀ। ਹੱਡੀ ਪਿੰਜਰੋਂ
ਬੁੱਧਵਾਰ ਕਹਿੰਦੇ 3 ਕੁ ਮਹੀਨਿਆਂ ਦਾ ਬੱਚਾ ਹੋ ਜਾਏ ਨਾ ਫਿਰ ਰੱਬ ਇਹਦੇ ਚ ਰੂਹ ਟਿਕਾ ਦਿੰਦਾ, ਸਵਾਸ 3 ਕੁ ਮਹੀਨਿਆਂ ਤੱਕ ਪਹਿਲਾਂ ਬਣਾਉਂਦਾ ਹੈ। ਮਾਤ ਗਰਭ ਮੈਂ ਆਪਣ ਸਿਮਰਨ ਦੇ ਉਹ ਤਿਆਰ ਕਰਦਾ। ਫਿਰ ਉਹ ਮੈਂ ਇੱਕ ਬੁੱਧਵਾਰ ਨੂੰ ਥੋੜੇ ਦਿਨ ਪਹਿਲਾਂ ਪੜ੍ਹਿਓ, ਉਹ 40 ਦਿਨਾਂ ਦੀ ਗੱਲ ਕਰਦਾ, ਕਹਿੰਦਾ ਮਹੀਨੇ ਤੋਂ ਲੈ ਕੇ 40 ਦਿਨਾਂ ਦੇ ਵਿੱਚ ਉਹ ਜਿਹੜੀ ਰੂਹ ਟਿਕਾ ਦਿੰਦਾ ਰੱਬ। ਇੰਨੇ ਕੁ ਦਿਨਾਂ 'ਚ ਬੱਚੇ ਦਾ ਸਰੀਰ ਨਿੱਕਾ ਜਿਹਾ ਤਿਆਰ ਹੋ ਜਾਂਦਾ, ਫਿਰ ਉਹ ਉੱਥੇ ਸਵਾਸ ਪਾ ਦਿੰਦਾ। ਉਸ ਦਿਨ ਹੀ ਅਸਲੀ ਸਾਡਾ ਜਨਮ ਹੁੰਦਾ ਹੈ। ਜਿੱਦਣ ਰੱਬ ਪਹਿਲੇ ਦਿਨ ਸਵਾਸ ਸਾਡੇ 'ਚ ਟਿਕਾ ਦਿੰਦਾ ਹੈ ਨਾ, ਉਦੋਂ ਸਰੀਰ ਗਰਭ 'ਚ ਹੀ ਹੁੰਦਾ। ਅਜੇ ਸਾਡਾ ਜਨਮ ਵੈਸੇ ਉਸ ਦਿਨ ਹੁੰਦਾ ਹੈ। ਅਸੀਂ ਉਹ ਮਨਾਉਂਦੇ ਹਾਂ ਜਿੱਦਣ ਸੰਸਾਰ ਤੇ ਆਏ। ਅਸਲ ਦੇ ਵਿੱਚ ਕਿਸੇ ਬੰਦੇ ਨੂੰ ਆਪਣੇ ਜਨਮ ਦਿਨ ਦਾ ਪਤਾ ਨਹੀਂ ਹੈ ਮੇਰਾ ਜਨਮ ਕਦੋਂ ਹੋਇਆ। ਜਿੱਦਣ ਸਵਾਸ ਟਿਕਾ ਤੇ ਘਟਨੇ ਉਸ ਦਿਨ ਤੋਂ ਸ਼ੁਰੂ ਹੋ ਗਏ। ਤੇ ਗੁਰੂ ਗ੍ਰੰਥ ਸਾਹਿਬ ਇਸ ਗੱਲ ਨਾਲ ਸਹਿਮਤ ਨੇ। ਕਈ ਜਨਮ ਗਰਭ 'ਚ ਜੀਵਨ ਮਿਲਿਆ, ਸਵਾਸ ਮਿਲ ਗਏ, ਮਿਲੇ ਥੋੜੇ ਸਨ, ਗਰਭ ਦੇ ਵਿੱਚ ਹੀ ਸਵਾਸ ਖਤਮ ਹੋ ਗਏ। ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਅਸੀਂ ਜਨਮ ਹੀ ਨਹੀਂ ਲਿਆ, ਜਨਮ ਹੋਇਆ। ਜਨਮ ਉਸ ਦਿਨ ਹੀ ਹੋਗਾ ਜਦੋਂ, ਇਹਦਾ ਮਤਲਬ ਹੈ ਜਦੋਂ ਸਵਾਸ ਪਏ ਜਨਮ ਹੋ ਗਿਆ ਸੀ। ਜਨਮ ਗਰਭ ਦੇ ਵਿੱਚ ਹੀ ਹੋਇਆ, ਗਰਭ ਚੋਂ ਬਾਹਰ ਅਸੀਂ ਆਏ ਨੇ, ਉਹ ਉੱਥੇ ਹੀ ਸਮਾਪਤੀ ਹੋ ਗਈ। ਕਈ ਜਨਮ ਗਰਭ ਹਿਰ ਖਰਿਆ, ਗਰਭ ਦੇ ਵਿੱਚ ਜਨਮ ਮਿਲਿਆ ਸੀ, ਉਹ ਖਤਮ ਹੋ ਗਿਆ। ਮਹਾਰਾਜ ਕਹਿੰਦੇ ਹੈ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ, ਉਹ ਆਤਮਾ ਰੂਪੀ ਪੰਖੀ ਵਿੱਚ ਵਸਦਾ ਹੈ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਬਰ ਪੰਖ ਬਸੇਰਾ, ਰਾਖੋ ਕੰਤ ਉਸਾਰੂ ਨੀਮਾ, 3.5 ਹਾਥ ਤੇਰੀ। ਨੀਆਂ ਤੇ ਬੜੀਆਂ ਡੂੰਘੀਆਂ ਰੱਖਦਾ ਹੈ, ਤੇਰੀ ਇਹ ਧਰਤੀ ਨਹੀਂ ਹੈ। 3.5 ਹੱਥ। ਭਗਤ ਕਬੀਰ ਜੀ ਨੇ ਥੋੜੀ ਜਿਹੀ ਵਧਾਤੀ, ਕਹਿੰਦੇ ਘੜੀ ਤਾਂ ਪੌਣੇ 4, ਉਹ ਜਿੱਥੇ ਸੰਸਕਾਰ ਹੁੰਦਾ ਉਹ ਕਿਹੜੀ ਸਾਡੀ ਹੈ। ਉੱਥੇ ਗੱਲ ਕੀਤੀ। 3.5 ਹੱਥ ਪਤਾ ਕਿਹਨੂੰ ਕਹਿੰਦੇ ਆ? ਹਰੇਕ ਬੰਦੇ ਦਾ ਸਰੀਰ ਮਿਲ ਲਿਓ। ਸਾਡੇ ਘਰ ਦਾ ਅਰਕ ਤੱਕ ਤੁਸੀਂ ਕਿਤੇ ਨਾ ਆਪਣੀ ਅਰਕ ਨੂੰ ਬਣਾ ਕੇ ਨਾ, ਜਿੰਨੀ ਵੀ ਕਿਸੇ ਦੀ ਬੋਡੀ ਦਾ ਕੱਦ ਹੈ, ਜਿੰਨਾ ਵੀ ਕਿਸੇ ਦਾ 5 ਫੁੱਟ ਹੋ ਸਕਦਾ, ਕਿਸੇ ਦਾ 6.5 ਫੁੱਟ ਵੀ ਹੋ ਸਕਦਾ। ਤੁਸੀਂ ਕਿਤੇ ਆਪਣੇ ਬੱਚਿਆਂ ਤੋਂ ਨਾ ਉਹ ਮੀਟਰ ਲੈ ਕੇ ਨਾ ਆਪਣੀ ਉਂਗਲ ਦੇ ਪੋਟੇ ਤੋਂ ਲੈ ਕੇ ਕੂੜੀ ਤੱਕ ਬਣਾ ਕੇ ਆਪਣੀ ਬੋਡੀ ਦਾ ਮਾਪ ਕਰਿਓ। 3.5 ਹੱਥ ਹੀ ਹੋਣਾ, ਭਾਵੇਂ ਕਿਸੇ ਦਾ 3.5 ਫੁੱਟ ਕੱਦ ਹੈ, ਭਾਵੇਂ ਕਿਸੇ ਦਾ 6.5 ਫੁੱਟ ਕੱਦ ਹੈ। ਉਹ ਕੱਦ ਦੇ ਹਿਸਾਬ ਤੇ ਕੂਣੀ ਹੁੰਦੀ ਹੈ, ਬਸ 3.5। ਉਹ ਸ਼ਮਸ਼ਾਨ ਘਾਟ ਵਾਲੀ ਜਗ੍ਹਾ ਨਹੀਂ ਕਿਹਾ ਗਿਆ, ਉਹ ਕਿਹੜੀ ਸਾਡੀ ਹੈ। ਇੱਕ ਜਗ੍ਹਾ ਤੇ ਸੈਂਕੜੇ ਹਜ਼ਾਰਾਂ ਸੰਸਕਾਰ ਹੋ ਜਾਂਦੇ ਹੈ, ਉਹ ਕਿਸੇ ਦੀ ਜਗ੍ਹਾ ਹੈ। 3.5 ਹੱਥ ਦਾ ਜਿੱਥੇ ਅਸੀਂ ਸੌਂਦੇ ਹਾਂ ਰਾਤ ਨੂੰ, ਉਹ ਸੌਣ ਲੱਗਿਆ ਸੀ ਜਿੱਥੇ ਸੌਂਦੇ, ਉਹ ਸਾਡੀ ਜਗ੍ਹਾ ਹੁੰਦੀ ਹੈ। ਜਿੱਥੇ ਮੈਂ ਸੁੱਤਾ ਮੇਰੀ ਜਗ੍ਹਾ ਤੇ 2, ਅਸੀਂ ਇੱਕ ਉੱਪਰ ਨਹੀਂ ਸੌਂ ਸਕਦੇ। ਉਹ ਸ਼ਮਸ਼ਾਨ ਘਾਟ ਵਾਲੀ ਜਗ੍ਹਾ ਨੂੰ ਨਹੀਂ ਕਿਹਾ 3.5 ਹੱਥ। ਜਿੱਥੇ ਅਸੀਂ ਸੌਂਦੇ ਉਹ 3.5 ਹੱਥ ਮੱਲ ਕੇ ਜਿੰਨੀ ਕੁ ਸੌਂ ਜਾਣਾ ਨਾ ਰਾਤ ਨੂੰ ਉਨੀ ਕੀ ਹੈ। ਹਾਂ, ਜਿੱਦਣੇ ਤੇਰੀ ਬੋਡੀ ਨੂੰ ਘਰੋਂ ਚੁੱਕ ਕੇ ਲੈ ਗਏ, ਜਿੱਥੇ ਹੁਣ ਮੈਂ ਸੌਣਾ, ਜਦੋਂ ਬੋਡੀ ਨੂੰ ਚੁੱਕ ਕੇ ਲੈ ਜਾਣਗੇ, ਉਹ ਦੂਸਰਿਆਂ ਨੇ ਵਰਤਣੀ, ਬੱਚਿਆਂ ਨੇ ਵਰਤਣੀ ਹੈ, ਜਾਂ ਹੋਰ ਦੂਸਰੇ ਤੀਸਰੇ ਵਰਤਣਗੇ। 3.5 ਹੱਥ ਤੇਰੀ ਸੀਮਾ, ਬੰਕੇ ਬਾਲ ਪਾਗ ਸਿਰ ਡੇਰੀ। ਚਲੋ ਇਹਦੇ ਅਰਥ ਕਰੀਏ, ਉਹ ਟਾਈਮ ਲੱਗੇਗਾ, ਸਮਾਂ। ਦਾਸ ਬੇਨਤੀ ਕਰ ਰਿਹਾ ਸੀ, ਭਗਤ ਜੀ ਨੇ ਆਪਣੀ ਜਾਤ ਨੂੰ ਪ੍ਰੂਫ ਕੀਤਾ ਇਸ ਸ਼ਬਦ ਦੇ ਅੰਦਰ। 3.5 ਹਾਥ ਤੇਰੀ ਸੀਮਾ, ਮੇਰੀ ਜਾਤ ਕਮੀਨੀ ਪਾਂਤ ਕਮੀਨੀ, ਓਛਾ ਜਨਮ ਤੁਮ ਸਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਚਮਾਰਾ। ਉਹ ਚਮਾਰਾ ਚਮਰਟਾ ਗਾਂਠ ਨਾ ਜਾਣੇ, ਉਹ ਅਨੇਕਾਂ ਸ਼ਬਦ ਮਿਲਦੇ ਨੇ। ਇੱਕ ਸ਼ਬਦ ਅਸੀਂ ਪੜ੍ਹਦੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਸ਼ਿਪਰੋ ਹੋਇਓ ਲਖੀਣਾ, ਬੁਣਨਾ ਤੜਨਾ ਤਿਆਗ ਕੇ ਚਿਤ ਚਰਨ ਕਬੀਰਾ, ਨੀਚ ਕੁੱਲਾ ਜਲਾਹਰਾ ਭਇਓ ਗੁਣੇ ਗਹੀਰਾ, ਰਵਿਦਾਸ ਢਵੰਤਾ ਢੋਰ, ਮਰੇ ਹੋਏ ਪਸ਼ੂ ਢੋਣ ਵਾਲਾ, ਚੰਮ ਢੋਣ ਵਾਲਾ। ਰਵਿਦਾਸ ਢਵੰਤਾ ਢੋਰ, ਨੀਤ 3 ਤਿਆਗੀ, ਮਾਇਆ ਦਾ ਤਿਆਗੀ ਸੀ ਭਗਤ ਰਵਿਦਾਸ। ਇੱਕ ਸੰਤ ਨੇ ਪਾਰਸ ਦਿੱਤਾ, ਕਹਿੰਦਾ ਰਵਿਦਾਸ ਬੰਦਗੀ ਕਰਦਾ, ਪਾਰਸ ਨੂੰ 8 ਧਾਤਾਂ ਨਾਲ ਛੁਹਾਏ, ਜੋ ਮਹਿਲ ਇੱਥੇ ਖੜੇ ਕਰ ਲਏ। 6 ਸਾਲ ਉਹ ਪਾਰਸ ਛੰਨ ਨਾਲ ਬੰਨਿਆ ਰਿਹਾ। ਸਾਧੂ ਆਇਆ, ਕਹਿੰਦਾ ਭਗਤ ਰਵਿਦਾਸ ਤੇ ਬੰਗਲੇ 'ਚ ਬੈਠਾ ਹੋਏਗਾ। ਉਸੇ ਛੰਨ 'ਚ ਉਹ ਸਾਧੂ ਕਹਿੰਦਾ ਜੀ ਤੁਹਾਨੂੰ ਪਾਰਸ ਦਿੱਤਾ, ਕਹਿੰਦੇ ਮੇਰੇ ਕੰਮ ਦਾ ਨਹੀਂ ਸੀ, ਜਿੱਥੇ ਬੰਨ ਕੇ ਗਏ ਸੀ ਉੱਥੇ ਹੀ ਹੋਏਗਾ। ਉਹਨੇ ਫਿਰ ਖੋਲ ਕੇ ਲੈ ਕੇ ਗਿਆ ਜੀ। ਕਹਿਣ ਦਾ ਭਾਵੇਂ ਤਿਆਗੀ ਮਾਇਆ, ਉਹ ਬੜੇ ਸੰਤੋਖੀ ਸਨ, ਉਹਨਾਂ ਨੇ ਰੱਬ ਨੂੰ ਪ੍ਰਾਪਤ ਕੀਤਾ। ਸ਼੍ਰੋਮਣੀ ਭਗਤਾਂ ਦੇ ਵਿੱਚ ਉਹਨਾਂ ਦੀ ਬਾਣੀ ਹੈ। ਦਾਸ ਨੇ ਪਹਿਲਾਂ ਕਿਹਾ 16 ਰਾਗ ਵਰਤੇ ਨੇ ਗੁਰੂ ਅਰਜਨ ਸਾਹਿਬ ਜੀ ਨੇ, ਔਰ 41